तेरे कवन कवन गुण कह कह गावा। तू साहिब गुणी निधाना। तुमरी महिमा बरन ना सको। तू ठाकुर उच भगवाना। जुग जुग अटल शब्द गुरु धन धन साहिब श्री गुरु ग्रंथ साहिब जी की पावन बाणी गुर इतिहास ते गुर सिद्धांत नाल सांझ पाण लई जुड़ बैठी सरबत संगत जीओ सुनिमर फतेह प्रवान करनी। वाहिगुरु जी का खालसा वाहिगुरु जी की फतेह। गुरुदेव पिता निरंकार पिता की अपार कृपा सदका आप संगतां दीआं असीसां सदका आपां भगत नामदेव जी की बाणी की लड़ीवार विचार कर रहे सी। इस लड़ी विचों अज गुरु ग्रंथ साहिब जी के पावन अंग 525 ते सुभायमान शब्द की आपां विचार सांझी करांगे। सो पहला शब्द का पाठ करते हैं जी, फिर संखेप के अखरी अर्थ, फिर रल मिल के गुरु पातशाह के चरणों का उटासरा लैके भावर्थ सांझे करने का यत्न करांगे। गुजरी श्री नामदेव जी किए पदे कर पहला एक ओंकार सतगुर प्रसाद। जो राज देहें ता कवन बढ़ाई। जो भीख मंगावह ता क्या कट जाई। तू हर भज मन मेरे पद निर्वाण। बहुर न होए तेरा आवन जान। रहाओ सब तह उपाई परम भुलाई। जिस तू देव है तिस है बुझाई। सतगुर मिलै ता सहसा जाई। किस हो पूजो दूजा नदर ना आई। एक पाथर की जय भाओ दूजा पाथर तरिया पाओ। जे ओह देओ ता ओह भी देवा। कह नाम देओ हम हर की सेवा। जे ओह देओ ता ओह भी देवा। कह नाम देओ हम हर की सेवा। जो रहाओ दा बंद है जो भगत नामदेव जी बख्शिश कर रहे ने, तुम हर भज मन मेरे पद निर्वाण। बहुर ना होए तेरा आवन जान। रहाओ मन नू उस मालिक नू सिमरन दी प्रेरणा है, उपदेश है, सिक्ख्या है कि जे उन्होंने चेते करेगा, उन्होंने चेते करदियां उहदे गुणां नाल सांझ करेगा, उहदे गुण गुरु की कृपा नाल धारण करेगा तां उहदे वर्गा हो जाएगा और उहदे वर्गा होके हमेशा लई सदा सदा लई उहदे विच उहदा रूप होके समा जाएगा। फिर तेरा आ जन्म मरण का जिहड़ा गेड़ है आण जाण दा इस धरती ते मुक जाएगा। पहले पदे च बख्शिश करते ने, जो राज देही तां कवन वडाई। जो भीख मंगावे तां क्या कट जाई। ये वो आत्मिक अवस्था है जिथे मालिक नू चेते करने वाला जग्यासू जीव श्रद्धालु उहदा प्यारा उहदा सिख उहदी बंदगी करदा करदा आराधना करदा करदा उहनू याद करदा करदा उहदा रूप हो जाता है ते उहदे नाल प्यार प्रीत सांझ बनी रवे। जिंदगी विच सब तो वध महत्वपूर्ण बस आ हुंदा है कि उहदे नालों सांझ ना टुटे, उहदे नालों प्रीत ना टुटे ते उहदे नाल संबंध हमेशा लई प्रीत वाला जुड़िया रहे।
ਉਸ ਨੂੰ ਛੱਡ ਕੇ, ਉਸ ਮਾਲਿਕ ਨੂੰ ਛੱਡ ਕੇ ਉਹ ਬਾਕੀ ਸਾਰਾ ਕੁਝ ਜਿਹੜਾ ਹੈ ਉਹ ਕੋਈ ਮਾਇਨੇ ਨਹੀਂ ਰੱਖਦਾ, ਜਿਹੜੇ ਉਹਦੇ ਪਿਆਰ ਵਿੱਚ, ਉਹਦੀ ਪ੍ਰੀਤ ਵਿੱਚ ਰੰਗੇ ਹੁੰਦੇ ਨੇ। ਅਸੀਂ ਸੰਸਾਰੀ ਮਨੁੱਖ ਆਮ ਤੌਰ ਤੇ ਕਿਸੇ ਬੰਦੇ ਦੀ ਇੱਜ਼ਤ, ਸਤਿਕਾਰ, ਆਦਰ, ਉਹਦਾ ਧਨ ਪਦਾਰਥ ਸੰਪਦਾ ਦੇਖ ਕੇ, ਜਾਂ ਉਹਦੇ ਗੁਣ ਦੇਖ ਕੇ, ਜਾਂ ਉਹਦਾ ਸਟੇਟਸ ਜਿਹਨੂੰ ਆਪਾਂ ਕਹਿੰਦੇ ਰੁਤਬਾ ਦੇਖ ਕੇ ਕਰਦੇ ਆ। ਜਿਹੜੇ ਮਾਲਕ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹ ਉਹਨਾਂ ਲਈ ਸਭ ਤੋਂ ਵੱਧ ਸਤਿਕਾਰਯੋਗ ਉਹ ਜੀਵ, ਉਹ ਪ੍ਰਾਣੀ ਹੁੰਦਾ ਹੈ ਜਿਹੜਾ ਉਹਦੇ ਪਿਆਰ ਵਿੱਚ ਭਿੱਜਾ ਹੁੰਦਾ, ਰੰਗਿਆ ਹੁੰਦਾ ਤੇ ਗੁਣਾ ਕਰਕੇ ਉਹਦੇ ਵਰਗਾ ਹੋਇਆ ਹੁੰਦਾ। ਔਰ ਉਹਦੇ ਪਿਆਰ ਵਿੱਚ ਰੰਗੇ ਹੋਏ, ਉਹਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ ਚੱਲਣ ਦੇ ਆਦੀ ਹੋ ਜਾਂਦੇ ਨੇ, ਸਹਿਜ ਸੁਭਾਅ। ਉਹਨਾਂ ਨੂੰ ਉਸ ਮਾਲਿਕ ਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ, ਉਹਦੀ ਖੁਸ਼ੀ ਵਿੱਚ ਜੋ ਵੀ ਉਹਨਾਂ ਦੇ ਹਿੱਸੇ ਆਵੇ ਜ਼ਿੰਦਗੀ 'ਚ, ਚਾਹੇ ਦੁੱਖ ਆਵੇ, ਚਾਹੇ ਸੁੱਖ ਆਵੇ, ਤਕਲੀਫ ਆਵੇ, ਰੋਗ ਆਵੇ, ਬਿਮਾਰੀ ਆਵੇ, ਗਰੀਬੀ ਆਵੇ, ਅਮੀਰੀ ਆਵੇ, ਕੁਝ ਖੁੱਸ ਜਾਵੇ, ਕੁਝ ਮਿਲ ਜਾਵੇ, ਉਹ ਇੱਕੋ ਜਿਹਾ ਲੱਗਦਾ ਹੈ। ਕੁਝ ਗਵਾਚ ਜਾਵੇ, ਕੁਝ ਪ੍ਰਾਪਤ ਹੋ ਜਾਵੇ, ਜਾਂ ਕੁਝ ਚਲਾ ਜਾਏ, ਉਹ ਸਹਿਜ ਅਵਸਥਾ, ਅਡੋਲ ਅਵਸਥਾ, ਮੁਕਤ ਅਵਸਥਾ। ਚੌਥਾ ਪਦ ਸਾਹਿਬਾਂ ਨੇ ਬਹੁਤ ਸਾਰੇ ਬਚਨ ਬਾਣੀ 'ਚ ਬਖਸ਼ਿਸ਼ ਕਰਕੇ ਸਮਝਾਇਆ, ਨਿਰਵਾਣ ਪਦ। ਉਸ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਹੁੰਦੇ ਉਸ ਮਾਲਕ ਨੂੰ ਅਰਾਧਦੇ ਹੋਏ। ਬਹੁਤ ਸਾਰੇ ਬਚਨ ਆਪਾਂ ਗੁਰਦੇਵ ਪਿਤਾ ਦੇ ਬਾਣੀ ਵਿੱਚ ਸਾਂਝੇ ਕਰਦੇ ਹਾਂ, ਆਪਾਂ ਅੱਗੇ ਵਿਚਾਰਾਂਗੇ। ਹੁਣੇ ਪਹਿਲਾਂ ਆਖਰੀ ਅਰਥ ਕਰੀ ਜਾਂਦੇ ਹਾਂ। ਜੋ ਰਾਜ ਦੇ ਤਾਂ ਕਬਨ ਵਡਾਈ, ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਏ। ਜੇ ਤੂੰ ਮੈਨੂੰ ਰਾਜ ਤਖਤ ਤੇ ਵੀ ਵਿਰਾਜਮਾਨ ਕਰ ਦੇਵੇਂ ਤਾਂ ਉਹਦੇ 'ਚ ਮੈਂ ਸਮਝਦਾ ਕਿ ਮੇਰੀ ਕੋਈ ਆਪਣੀ ਪ੍ਰਾਪਤੀ ਨਹੀਂ ਹੈ, ਵਡਾਈ ਨਹੀਂ। ਔਰ ਇਹ ਵੱਡੀ ਕੋਈ ਪ੍ਰਾਪਤੀ ਨਹੀਂ ਕਿ ਕੋਈ ਰਾਜ ਭਾਗ ਨੂੰ ਪ੍ਰਾਪਤ ਕਰ ਲੇ, ਕੋਈ ਰਾਜਾ ਮਹਾਰਾਜਾ ਬਣ ਜਾਵੇ। ਜਿਹੜੇ ਉਸ ਮਾਲਕ ਦੇ ਰੰਗ 'ਚ ਰੰਗੇ, ਉਹਨਾਂ ਦੀ ਦ੍ਰਿਸ਼ਟੀ ਐਸੀ ਹੈ, ਪਰਸੈਪਟ ਐਸੀ ਹੈ। ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਤੇ ਜੇ ਤੂੰ ਮੇਰੇ ਕੋਲੋਂ ਸਾਰਾ ਕੁਝ ਲੈ ਲਵੇਂ ਔਰ ਕੁਝ ਵੀ ਨਾ ਹੋਵੇ, ਮੈਂ ਕੰਗਾਲ ਹੋਵਾਂ, ਦੂਜੇ ਦੇ ਦਿੱਤੇ ਹੋਏ ਭਿੱਖਿਆ ਦੇ ਉੱਤੇ ਮੇਰਾ ਨਿਰਭਰ ਹੋਵੇ ਜੀਵਨ, ਕਹਿੰਦੇ ਤਾਂ ਵੀ ਮੇਰਾ ਕੀ ਘਟ ਜਾਣਾ, ਬਸ਼ਰਤੇ ਕਿ ਤੇਰੇ ਨਾਲ ਪ੍ਰੀਤ ਬਣੀ ਰਵੇ, ਸਾਂਝ ਬਣੀ ਰਵੇ। ਸੋ ਮਨ ਨੂੰ ਉਹਨਾਂ ਦੇ ਸਮਝ ਆ ਗਈ, ਤੂੰ ਭਜ ਮਨ ਮੇਰੇ ਪਦ ਨਿਰਵਾਣ। ਜੇ ਜੀਵਨ ਮੁਕਤ ਨਿਰਵਾਣ ਪਦ ਨੂੰ, ਜੇ ਅਡੋਲ ਅਵਸਥਾ ਨੂੰ, ਸਹਿਜ ਅਵਸਥਾ ਨੂੰ ਪ੍ਰਾਪਤ ਕਰਨਾ, ਜਿੱਥੇ ਦੁੱਖ ਸੁੱਖ ਮਾਨ ਅਪਮਾਨ ਤੰਗ ਨਹੀਂ ਕਰਦੇ, ਪੋ ਨਹੀਂ ਸਕਦੇ, ਕਹਿੰਦੇ ਫਿਰ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਉਸ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। ਬੌਰ ਨਾ ਹੋਏ ਤੇਰਾ ਆਵਨ ਜਾਨ। ਬੌਰ ਮੀਨ ਫਿਰ ਦੁਬਾਰਾ ਤੇਰਾ ਇਸ ਸੰਸਾਰ ਵਿੱਚ ਕਿਸੇ ਵੀ ਰੂਪ ਦੇ ਵਿੱਚ ਜਨਮ ਮਰਨ ਨਹੀਂ ਹੋਏਗਾ, ਜੇ ਉਹਨੂੰ ਚੇਤੇ ਕਰਕੇ ਉਸ ਨਿਰਵਾਣ ਪਦ, ਨਿਰਵਾਣ ਅਵਸਥਾ ਨੂੰ ਪ੍ਰਾਪਤ ਕਰ ਲੇਗਾ। ਸਭ ਤੈਂ ਉਪਾਈ ਭਰਮ ਭੁਲਾਈ, ਜਿਸ ਤੂੰ ਦੇਵੇਂ ਤਿਸੈ ਬੁਝਾਈ। ਆ ਮਾਲਕ ਦਾ ਹੁਕਮ ਆਪਾਂ ਬਾਣੀ ਵਿੱਚ ਬਹੁਤ ਰੂਪਾਂ ਵਿੱਚ ਦੀਦਾਰ ਕਰਦੇ ਹਾਂ। ਸਾਹਿਬਾਂ ਨੇ ਬਚਨ ਬਖਸ਼ਿਸ਼ ਕਰਕੇ ਸਮਝਾਇਆ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇਂ ਜਾਏ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਕ ਇਕੇਲਾ। ਆਮਨ ਜਾਨ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਭਾਵ ਆ ਸਾਰੀ ਸ੍ਰਿਸ਼ਟੀ, ਸਾਰੀ ਰਚਨਾ ਤੇਰੀ ਉਪਾਈ ਹੋਈ ਹੈ, ਸਭ ਤੈਂ ਉਪਾਈ, ਤੁਸੀਂ ਉਤਪਤ ਕੀਤੀ ਹੈ। ਭਰਮ ਭੁਲਾਈ, ਔਰ ਮਾਇਆ ਦੇ ਭਰਮ ਭੁਲੇਖੇ ਵਿੱਚ ਵੀ ਤੁਸੀਂ ਆਪ ਹੀ ਜੀਵਾਂ ਨੂੰ ਲਾਇਆ। ਜੋ ਸੱਚ ਹੈ ਉਹ ਝੂਠ ਜਾਪਦਾ ਹੈ, ਔਰ ਜੋ ਬਿਨਸਨਹਾਰ ਕੂੜ ਹੈ, ਸੱਚ ਨਹੀਂ ਹੈ, ਉਹ ਸੱਚ ਜਾਪਦਾ। ਕਹਿੰਦੇ ਤੁਸੀਂ ਭੁਲਾਇਆ ਭਰਮ ਦੇ ਵਿੱਚ ਵੀ। ਜਿਸ ਤੂੰ ਦੇਵੇਂ ਤਿਸੈ ਬੁਝਾਈ, ਜਿਹਨੂੰ ਰਹਿਮਤ ਕਰਕੇ ਸੁਮਤ ਦੇ ਦਿੰਦੇ ਹੋ, ਗੁਰਮਤ ਬਖਸ਼ਿਸ਼ ਕਰ ਦਿੰਦੇ ਹੋ, ਵਿਵੇਕ ਮਤ ਬਖਸ਼ਿਸ਼ ਕਰ ਦਿੰਦੇ ਹੋ। ਕਹਿੰਦੇ ਉਹਨਾਂ ਨੂੰ ਆ ਜਿਹੜੀ ਖੇਡ ਹੈ ਇਹ ਸਮਝ ਆ ਜਾਂਦੀ ਹੈ ਜੀਵਨ ਵਿੱਚ, ਸੱਚ ਔਰ ਝੂਠ ਦੀ, ਭਰਮ ਦੀ ਔਰ ਅਸਲੀਅਤ ਦੀ। ਬੁਝਾਈ ਤਿਸੈ ਬੁਝਾਈ, ਇਹਨਾਂ ਨੂੰ ਤੁਸੀਂ ਸਮਝਾ ਦਿੰਦੇ ਹੋ। ਕੌਣ ਸਮਝਾਉਂਦਾ, ਕੌਣ ਹੈ? ਸਤਿਗੁਰ ਮਿਲੈ ਤਾਂ ਸਹਸਾ ਜਾਏ। ਕਹਿੰਦੇ ਇਹ ਸਹਸਾ, ਇਹ ਦੁਬਿਧਾ, ਇਹ ਭਰਮ, ਆ ਭੁਲੇਖਾ ਜੇ ਪੂਰੇ ਗੁਰੂ ਨਾਲ ਮਿਲਾਪ ਹੋ ਜਾਵੇ ਤੇ ਪੂਰੇ ਗੁਰੂ ਦੀ ਸ਼ਰਨ ਕੋਈ ਜੀਵ ਪੈ ਜਾਵੇ, ਕਹਿੰਦੇ ਤਾਂ ਆ ਦੁਬਿਧਾ ਮਿਟਦੀ ਹੈ, ਆ ਭਰਮ ਭੁਲੇਖਾ ਤਾਂ ਨਾਸ ਹੁੰਦਾ, ਹੋਰ ਕੋਈ ਰਾਹ ਨਹੀਂ।
किस हों पूजो दूजा नदर ना आई। कहते तेरे बिना मैं किहदी आराधना करा, मैनू कोई समर्थ जापदा ही नहीं जिहड़ा मेरे इस भरम नू कट सके या इस माया दे जिहड़े जंजाल है, पकड़ जकड़ है, लुभावने प्रलोभन ने उन्हां तो बचा सके। कहते होर मैनू दूसरा कोई नहीं दिखदा संसार च। एक है पाथर कीजै भाओ, दूजा पाथर धरिए पाओ। कहते ठाकुर द्वारियां ते मंदिरां विच एक तां पत्थर दी मूर्ति घड़ के ਉਹਨੂੰ ਪਿਆਰ ਸਤਿਕਾਰ ਨਾਲ ਪੂਜਿਆ ਜਾਂਦਾ ਹੈ। ਦੂਸਰੇ ਪਾਸੇ ਉਸੇ ਹੀ ਪੱਥਰ ਦੀਆਂ ਸਿੱਲਾਂ ਮੰਦਰ ਨੂੰ ਚੜ੍ਹਨ ਵਾਲੀਆਂ ਪੌੜੀਆਂ 'ਚ ਵੀ ਲੱਗੀਆਂ ਹੁੰਦੀਆਂ ਨੇ, ਜਿਹਦੇ ਤੇ ਪੈਰ ਧਰੀਦਾ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹਿੰਦੇ ਜੇ ਅੰਦਰ ਜਿਹੜੀ ਪੱਥਰ ਦੀ ਘੜੀ ਹੋਈ ਮੂਰਤੀ ਹੈ ਉਹ ਦੇਵਤਾ ਅਖਬਾਰੀ ਹੈ, ਉਹਨੂੰ ਦੇਵਤਾ ਕਰਕੇ ਪੂਜ ਰਹੇ ਹੋ, ਸਨਮਾਨ ਕਰ ਰਹੇ ਹੋ, ਆਦਰ ਸਤਿਕਾਰ ਦੇ ਰਹੇ ਹੋ। ਕਹਿੰਦੇ ਫਿਰ ਜਿਹੜਾ ਜਿਸ ਪੱਥਰ ਤੇ ਪੈਰ ਧਰ ਕੇ ਪ੍ਰਵੇਸ਼ ਕੀਤਾ ਮੰਦਰ ਵਿੱਚ, ਜਿਸ ਸਿਲ ਤੇ, ਕਹਿੰਦੇ ਉਹ ਵੀ ਦੇਵਤਾ ਹੈ। ਸਰੋਤ ਤਾਂ ਬੇਸਿਕਲੀ ਪੱਥਰ ਹੀ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਨਾਮਦੇਵ ਜੀ ਆਖਦੇ ਨੇ ਕਿ ਮੈਨੂੰ ਤਾਂ ਪੂਰੇ ਗੁਰੂ ਨੇ ਭਰਮ ਦਾ, ਭੁਲੇਖੇ ਦਾ, ਦੁਬਿਧਾ ਦਾ, ਸ਼ੰਕਾ ਦਾ, ਸਹਿਸੇ ਦਾ ਨਾਸ਼ ਕਰ ਦਿੱਤਾ ਰਹਿਮਤ ਕਰਕੇ। ਮੈਂ ਤਾਂ ਉਸ ਗੁਰੂ ਪਰਮੇਸ਼ਰ ਦੀ ਸੇਵਾ ਵਿੱਚ ਆਪਣੇ ਤਨ ਮਨ ਧਨ ਨੂੰ ਸਮਰਪਿਤ ਕਰਕੇ ਉਸ ਨਿਰਮਾਣ ਅਵਸਥਾ ਨੂੰ ਪ੍ਰਾਪਤ ਹੋਇਆ, ਜਿੱਥੇ ਉਹਦੀ ਸਾਰੀ ਖੇਡ ਜਿਹੜੀ ਹੈ ਉਹ ਆਪ ਹੀ ਖਿਡਾ ਰਿਹਾ। ਇਹ ਗੱਲ ਸਮਝ ਆ ਰਹੀ ਹੈ। ਸੰਸਾਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਭਰਮ ਭੁਲੇਖੇ ਵਿੱਚ ਕੋਈ ਪੱਥਰ ਨੂੰ ਰੱਬ ਬਣਾ ਕੇ, ਕੋਈ ਫੋਟੋ ਨੂੰ ਰੱਬ ਬਣਾ ਕੇ, ਕੋਈ ਕਿਸੇ ਤੀਰਥ ਨੂੰ ਚੁੱਭੀਆਂ ਲਾਉਣ ਨੂੰ ਉਹਦੀ ਬੰਦਗੀ ਸਮਝ ਕੇ, ਕੋਈ ਦਾਨ ਪੁੰਨ ਨੂੰ ਉਹਦੀ ਆਰਾਧਨਾ ਸਮਝ ਕੇ, ਕੋਈ ਜਪ ਤਪ ਨੇਮ ਸੰਜਮ ਵਰਤ ਆਦਿਕ ਨੂੰ ਇਹੋ ਜਿਹੇ ਧਰਮ ਦੇ ਖੇਤਰ ਵਿੱਚ ਕੀਤੇ ਜਾਂਦੇ ਕਰਮ ਕਾਂਡਾਂ ਨੂੰ ਉਹਦੇ ਮਿਲਣ ਦਾ ਰਾਹ ਸਮਝ ਕੇ, ਕਹਿੰਦੇ ਉਹ ਭੁਲੇਖਿਆਂ ਵਿੱਚ ਪਏ ਹੋਏ ਭਟਕ ਰਹੇ ਨੇ, ਭਰਮ ਦੇ ਵਿੱਚ ਖੁਆਰ ਹੋ ਰਹੇ ਨੇ। ਕਹਿੰਦੇ ਮੈਂ ਉਹਦੀ ਕਿਰਪਾ ਸਦਕਾ ਮੇਰਾ ਆ ਭੁਲੇਖਾ, ਮੇਰੀ ਆ ਦੁਬਿਧਾ, ਮੇਰਾ ਸਹਿਸਾ, ਆ ਭਰਮ ਜਿਹੜਾ ਹੈ ਉਹਨੇ ਨਾਸ਼ ਕਰ ਦਿੱਤਾ। ਤੇ ਮੈਨੂੰ ਉਹਦੀ ਰਜ਼ਾ ਵਿੱਚ ਉਹਦੇ ਹੁਕਮ ਅੱਗੇ ਆਪਣਾ ਸਭ ਕੁਝ ਅਰਪਣ ਕਰ ਦੇਣਾ ਸਭ ਤੋਂ ਉੱਤਮ ਕਿਰਿਆ ਜਾਪਦਾ ਹੈ। ਅਰਬਿਨ ਅਵਰ ਕਿਰਿਆ ਬਿਰਥੇ। ਉਸ ਹਰੀ ਨੂੰ ਚੇਤੇ ਕਰਨ ਤੋਂ ਇਲਾਵਾ, ਉਹਦੇ ਪਿਆਰ ਵਿੱਚ ਰੰਗੇ ਜਾਣ ਤੋਂ ਇਲਾਵਾ, ਆ ਜਿਹੜੇ ਦਿਖਾਵੇ ਦੇ ਸੰਸਾਰ ਕਰਮਾਂ ਕਾਂਡਾਂ ਵਿੱਚ ਲਿਪਤ ਹੋਇਆ ਹੈ, ਭਟਕ ਰਿਹਾ ਹੈ, ਦੁਬਿਧਾ ਵਿੱਚ ਪਿਆ ਹੋਇਆ, ਖੁਆਰ ਹੋ ਰਿਹਾ ਹੈ, ਕਹਿੰਦੇ ਮੈਨੂੰ ਆ ਸਾਰੇ ਨਿਰਰਥਕ ਜਾਪਦੇ ਨੇ ਉਹਦੀ ਕਿਰਪਾ ਸਦਕਾ। ਤੇ ਉਹਦੀ ਰਜ਼ਾ ਵਿੱਚ ਜੇ ਮੈਨੂੰ ਬਹੁਤ ਸਾਰਾ ਧਨ ਸੰਪਦਾ ਪ੍ਰਾਪਤ ਹੋ ਜਾਂਦਾ, ਬਹੁਤ ਵੱਡਾ ਕੋਈ ਰੁਤਬਾ ਵੀ ਮਿਲ ਜਾਂਦਾ ਰਾਜੇ ਮਹਾਰਾਜੇ ਵਰਗਾ, ਤੇ ਇਹਦੇ ਚ ਕਹਿੰਦੇ ਕਿਹੜੀ ਪ੍ਰਾਪਤੀ ਹੈ। ਮੈਨੂੰ ਆ ਸਮਝ ਆ ਗਈ ਕਿ ਸੰਸਾਰ ਦੇ ਰਾਜ ਭਾਗ ਰੁਤਬੇ ਸਨਮਾਨ ਕਿਸੇ ਅਰਥ ਨਹੀਂ ਜੇ ਉਸ ਮਾਲਕ ਨਾਲੋਂ ਟੁੱਟੇ ਹੋਏ ਹੋ, ਜੇ ਮਾਲਕ ਨਾਲ ਪ੍ਰੀਤ ਨਹੀਂ ਬਣੀ ਹੋਈ, ਜੇ ਮਾਲਕ ਦੀ ਨਜ਼ਰਾਂ 'ਚ ਕਬੂਲ ਨਹੀਂ। ਸਾਹਿਬਾਂ ਨੇ ਬਾਣੀ ਵਿੱਚ ਵੀ ਬਹੁਤ ਸਾਰੇ ਬਚਨ ਆਪਾਂ ਕਈ ਵਾਰੀ ਸਾਂਝੇ ਕਰਦੇ ਹਾਂ, ਸਮਝਾਇਆ ਸਾਨੂੰ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੇ, ਜੇ ਤੇ ਚੁਗੇ ਦਾਣੇ। ਕਹਿੰਦੇ ਜੇ ਕੋਈ ਬਹੁਤ ਵੱਡੇ ਰਾਜ ਭਾਗ ਤੇ ਪ੍ਰਾਪਤ ਕਰਕੇ ਰਾਜਾ ਬਣ ਬੈਠੇ, ਬਹੁਤ ਵੱਡਾ, ਆਪਣੀ ਉਸ ਰਾਜ ਭਾਗ ਦੀ ਸ਼ਾਨੋ ਸ਼ੌਕਤ ਦੇ ਡੰਕੇ ਵੀ ਵਜਾਉਂਦਾ ਰਹੇ, ਪਬਲਿਸਿਟੀ ਕਰਦਾ ਰਹੇ। ਕਰਦੇ ਨੇ ਲੋਕ ਸੰਸਾਰ ਵਿੱਚ ਰਾਜੇ ਮਹਾਰਾਜੇ, ਕਿ ਉਹਨਾਂ ਨੂੰ ਚੰਗਾ ਕਹਿਣ ਲੋਕੀ, ਜਨਤਾ ਉਹਨਾਂ ਨੂੰ ਕਹੇ ਵੀ ਨੇਕ ਰਾਜਾ ਹੈ, ਭਲਾ ਰਾਜਾ ਹੈ, ਬਹੁਤ ਚੰਗਾ ਰਾਜਾ ਹੈ, ਧਰਮੀ ਰਾਜਾ ਹੈ। ਸੋ ਬਹੁਤ ਸਾਰੇ ਅਡੰਬਰ ਜਿਹੋ ਜਿਹੇ ਹੁੰਦੇ ਨਹੀਂ, ਉਹੋ ਜਿਹਾ ਦਿਖਾਣ ਦੇ ਅਡੰਬਰ ਵੀ ਆਪਣੇ ਰਾਜ ਭਾਗ ਦੇ ਵਿੱਚ ਜੋ ਧਨ ਸੰਪਦਾ ਉਹਦੇ ਬਲ ਤੇ ਕੀਤੇ ਜਾਂਦੇ ਨੇ। ਸੋ ਕਹਿੰਦੇ ਜੇ ਇਹੋ ਜਿਹਾ ਰਾਜ ਭਾਗ ਮਿਲ ਵੀ ਜਾਵੇ ਤਾਂ ਮੈਨੂੰ ਤੁਹਾਡੇ ਕੋਲੋਂ ਅਗਰ ਮੈਂ ਵਿਸਰਿਆ, ਤੁਹਾਡਾ ਨਾਮ ਵਿਸਰਿਆ, ਤੁਹਾਡੇ ਨਾਲ ਪ੍ਰੀਤ ਟੁੱਟੀ, ਤੇ ਕਹਿੰਦੇ ਮੇਰੇ ਕਿਸੇ ਅਰਥ ਨਹੀਂ, ਮੈਨੂੰ ਕੁਛ ਨਹੀਂ ਜਾਪਦਾ, ਉਹ ਨਿਗੁਣੀ ਹੈ। ਤੁਹਾਡੇ ਪਿਆਰ ਦੇ ਸਾਹਮਣੇ, ਤੁਹਾਡੀ ਪ੍ਰੀਤ ਦੇ ਸਾਹਮਣੇ ਰਾਜ ਭਾਗ ਵੀ ਨਿਗੁਣ ਹੈ। ਸਾਹਿਬਾਂ ਨੇ ਬਾਣੀ ਵਿੱਚ ਬਖਸ਼ਿਸ਼ ਵੀ ਕੀਤੇ ਨੇ ਵਚਨ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ।
ਨਾਲੇ ਇਹ ਵੀ ਬਖਸ਼ਿਸ਼ ਕਰਦੇ ਨੇ ਬਚਨ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਕਹਿੰਦੇ ਝੂਠੇ ਦਿਖਾਵੇ ਕਰਦੇ ਨੇ, ਝੂਠੇ ਦਾਅਵੇ ਕਰਦੇ ਨੇ ਆਪਣੀ ਤਾਕਤ ਦੇ, ਬਲ ਦੇ, ਧਨ ਸੰਪਦਾ ਦੇ, ਪਰਾਕਰਮ ਦੇ। ਕਹਿੰਦੇ ਉਸ ਮਾਲਕ ਵਰਗਾ ਰਾਜਾ ਸੰਸਾਰ ਵਿੱਚ ਮਹਾਰਾਜਾ ਕੋਈ ਨਹੀਂ, ਜਿਹੜਾ ਅਤ ਦਾ ਦਿਆਲੂ ਹੈ, ਅਤ ਦਾ ਕਿਰਪਾਲੂ ਹੈ, ਔਰ ਜਿਹਦੇ ਘਰ ਵਿੱਚ ਸਭ ਕੁਝ ਹੈ। ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇ ਸੋ ਪਾਵੇ। ਜਿਹਦੇ ਸਮਰੱਥਾ, ਜਿਹੜਾ ਸਰਬ ਕਲਾ ਸਮਰੱਥ ਹੈ। ਦੁਨੀਆ ਦੇ ਰਾਜੇ ਕਿੰਨੀਆਂ ਫੌਜਾਂ ਹੋਣ, ਕਿੰਨੀ ਤਾਕਤ ਹੋਵੇ, ਕਿੰਨਾ ਬਲ ਹੋਵੇ ਉਹਨਾਂ ਕੋਲ, ਕਿੰਨਾ ਪਰਾਕਰਮ ਹੋਵੇ, ਧਨ ਸੰਪਦਾ ਹੋਵੇ, ਉਹ ਫਿਰ ਵੀ ਅਜਿੱਤ ਨਹੀਂ ਹੈਗੇ, ਇਨਵਿੰਸੀਬਲ ਨਹੀਂ ਹੈਗੇ, ਤੇ ਉਹ ਸਭ ਕੁਝ ਕਰਨ ਦੇ ਸਮਰੱਥ ਵੀ ਨਹੀਂ ਹੈਗੇ। ਗੁਰੂ ਪਰਮੇਸ਼ਰ ਉਹ ਰਾਜੇ ਮਹਾਰਾਜੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਜਿਹੜੇ ਪੂਰੇ ਖੰਡ ਬ੍ਰਹਿਮੰਡ ਵਿੱਚ ਜਿੱਥੇ ਚਾਹਣ, ਜੋ ਚਾਹਣ, ਜਦੋਂ ਚਾਹਣ, ਜਿਵੇਂ ਚਾਹਣ ਕਰ ਸਕਦੇ ਨੇ। ਉਹਨਾਂ ਦੇ ਕਿਸੇ ਕੰਮ ਵਿੱਚ ਕਿਸੇ ਦੀ ਰੋਕ ਪਾਉਣ ਦੀ, ਉਸ ਕੰਮ 'ਚ ਟੋਕ ਪਾਉਣ ਦੀ, ਉਸ ਕੰਮ ਨੂੰ ਬਦਲਣ ਦੀ ਸਮਰੱਥਾ ਨਹੀਂ। ਉਹ ਆਪ ਸਰਬ ਕਲਾ ਸਮਰੱਥ ਨੇ। ਸੋ ਜੇ ਉਹਦੇ ਨਾਲ ਸੰਬੰਧ ਬਣ ਜਾਵੇ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਕਹਿੰਦੇ ਜੇ ਉਹਦੇ ਨਾਲ ਪ੍ਰੀਤ ਬਣ ਜਾਵੇ ਤਾਂ ਦੁਨੀਆ ਦੇ ਸਾਰੇ ਪਦਾਰਥ, ਸਾਰੀਆਂ ਨਿਯਮਤਾਂ ਬਖਸ਼ਿਸ਼ਾਂ ਮਾਨੋ। ਉਹ ਜੀਵ ਦਾ ਮਨ ਰਜ ਜਾਂਦਾ ਹੈ, ਮਨ ਸੰਤੋਖੀ ਹੋ ਜਾਂਦਾ ਹੈ, ਮਨ ਭਾਣੇ ਵਿੱਚ ਆ ਜਾਂਦਾ ਹੈ, ਰਜ਼ਾ ਵਿੱਚ ਖੁਸ਼ ਰਹਿਣਾ ਸ਼ੁਰੂ ਕਰ ਦਿੰਦਾ ਹੈ। ਆਹ ਸੰਸਾਰ ਦੇ ਜਿਹੜੇ ਨਾਸ਼ਵਾਨ ਪਦਾਰਥ ਨੇ, ਭਾਵੇਂ ਹੋਣ, ਭਾਵੇਂ ਥੁੜ ਹੋਵੇ, ਭਾਵੇਂ ਬਹੁਤਾਤ ਹੋਵੇ, ਬਹੁਤਾਤ ਹੋਵੇ ਤਾਂ ਉਹ ਆਫਰਦੇ ਨਹੀਂ, ਮਾਣ ਘਮੰਡ ਨਹੀਂ ਕਰਦੇ। ਜੇ ਥੁੜ ਹੋਵੇ ਤਾਂ ਰੋਂਦੇ ਕੁਰਲਾਉਂਦੇ ਨਹੀਂ, ਤੇ ਜੇ ਗੁਜ਼ਾਰੇਯੋਗ ਹੋਵੇ ਤਾਂ ਵੀ ਉਹ ਖੇੜੇ ਵਿੱਚ, ਖੁਸ਼ੀ ਵਿੱਚ ਆਨੰਦ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੋ ਉਹਨਾਂ ਦੀ ਅਵਸਥਾ ਇਤਨੀ ਨਿਰਮਲ ਉੱਚੀ ਹੁੰਦੀ ਹੈ। ਜੋ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਅਸੀਂ ਸੰਸਾਰੀ ਲੋਕਾਂ ਦੀ ਬਿਰਤੀ ਇਹ ਹੁੰਦੀ ਹੈ ਕਿ ਜਿਹੜਾ ਮਾਲਕ ਨੇ ਦਿੱਤਾ ਹੈ ਕਦੇ, ਉਹ ਵਾਪਸ ਲੈ ਲਵੇ ਆਪਣੀ ਦਾਤ ਨੂੰ, ਤਾਂ ਆਪਾਂ ਰੋਣਾ ਕੁਰਲਾਣਾ ਸ਼ੁਰੂ ਕਰ ਦਿੰਦੇ ਹਾਂ, ਗੁਲਾਮੇ ਦੇਣੇ ਸ਼ੁਰੂ ਕਰ ਦਿੰਦੇ ਹਾਂ। ਸਾਹਿਬਾਂ ਨੇ ਸਮਝਾਇਆ, ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਹਾਂ, 10 ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਵੀ ਨਾ ਦੇ 10 ਵੀ ਹਿਰ ਲੈ, ਤਉ ਮੂੜਾ ਕਿਉ ਕਹਾ ਕਰੇ, ਜਿਸ ਠਾकुर ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਕਹਿੰਦੇ ਉਹ 10 ਉਹਨੇ ਪਦਾਰਥ ਤੈਨੂੰ ਬਹੁਤ ਅਮੋਲਕ ਦਿੱਤੇ, ਉਹਦੇ ਚੋਂ 10 ਦਾਤਾਂ ਦਿੱਤੀਆਂ, ਇੱਕ ਲੈਵੇ ਲਈ, ਤੇ ਤੁਸੀਂ ਰੋਣਾ ਕੁਰਲਾਉਣਾ ਸ਼ੁਰੂ ਕਰਤਾ, ਉਲਾਮੇ ਦੇਣੇ ਸ਼ੁਰੂ ਕਰਤੇ, ਉਹਦੇ ਨਾਲ ਰੁਸਣਾ ਸ਼ੁਰੂ ਕਰਤਾ। ਤੇ ਕਹਿੰਦੇ ਫਿਰ ਤਾਂ ਪ੍ਰੀਤ ਨਾ ਹੋਈ, ਤਾਂ ਵਪਾਰ ਹੀ ਹੋਇਆ, ਸਵਾਰਥੀ ਹੋਇਆ ਨਾ। ਸਵਾਰਥ ਦੀ ਸਾਂਝ ਹੈ ਵੀ ਤੂੰ ਦੇਏਗਾ, ਦਈ ਰੱਖੇਗਾ, ਚਾਹੇ ਮੈਂ ਉਹਦੇ ਯੋਗ ਹਾਂ ਕਿ ਨਹੀਂ, ਤਾਂ ਤੇਰੇ ਨਾਲ ਸਾਂਝ ਹੈ, ਨਹੀਂ ਤਾਂ ਨਹੀਂ। ਸੋ ਜਿਨ੍ਹਾਂ ਨੂੰ ਉਹਦੇ ਨਾਲ ਪ੍ਰੀਤ ਹੈ, ਉਹ ਤਾਂ ਮਨ ਕਰਕੇ ਆਗਾ ਉੱਠਦੇ ਨੇ। ਜੇ ਸੁਖ ਦੇਂ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇਹੀਂ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਦਰਸ਼ਨ ਹਰ ਦੇਖਣ ਕੇ ਤਾਈ। ਜਿਵੇਂ ਸਾਹਿਬ ਬਖਸ਼ਿਸ਼ ਕਰਦੇ ਨੇ ਬਾਣੀ ਚ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭਈ ਦਾਤ ਤੇਰੀ ਦਾਤਾਰ। ਉਹਨਾਂ ਦੀ ਰਜ਼ਾ ਵਿੱਚ ਭਾਣੇ ਮੰਨਣ ਦੀ ਆਦਤ ਸੁਭਾਅ ਬਣ ਜਾਣ ਕਰਕੇ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੇ ਬਚਨਾਂ ਨੂੰ ਕਮਾਉਣ ਸਦਕਾ ਐਸਾ ਮਨ ਬਣ ਜਾਂਦਾ ਹੈ ਕਿ ਜੇ ਭੁੱਖ ਹੋਵੇ ਤਾਂ ਵੀ ਸ਼ੁਕਰਾਨਾ ਹੈ, ਜੇ ਬਹੁਤ ਪਦਾਰਥ ਹੋਣ ਖਾਣ ਲਈ, ਬਹੁਤਾਤ ਹੋਵੇ ਪਦਾਰਥਾਂ ਦੀ, ਤਾਂ ਵੀ ਸ਼ੁਕਰਾਨਾ ਹੈ। ਸੋ ਉਹਨੂੰ ਰਜ਼ਾ ਵਿੱਚ ਰਹਿਣ ਦਾ ਜਿਹੜਾ ਸੁਭਾਅ ਉਹ ਪੱਕ ਜਾਂਦਾ ਹੈ, ਆਦੀ ਹੋ ਜਾਂਦਾ ਹੈ। ਸਹਿਜ ਸੁਭਾਅ ਹੀ ਉਹਦੇ ਭਾਣੇ ਵਿੱਚ ਹਮੇਸ਼ਾ ਚੱਲਣ ਦੇ ਆਦੀ ਹੋ ਜਾਂਦੇ ਨੇ। ਸੋ ਉਹਨਾਂ ਲਈ ਆਹ ਅਵਸਥਾ ਉਹਨਾਂ ਦੀ ਹੈ ਕਿ ਜੋ ਉਹ ਕਹਿ ਸਕਦੇ ਨੇ, ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਤੂੰ, ਆਪਾਂ ਇਸ ਨੂੰ ਸ਼ਬਦ ਦੀ ਵਿਚਾਰ ਕਰਦੇ ਹੋਏ ਇਸ ਪੰਕਤੀ ਨੂੰ ਰਹਾਉ ਦੀ ਧਿਆਨ ਵਿੱਚ ਰੱਖਣਾ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ। ਜੇ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹੈ, ਨਿਰਵਾਣ ਪਦ ਨੂੰ, ਜਿੱਥੇ ਮੋਹ ਮਾਇਆ ਦੇ ਰੰਗ ਤਮਾਸ਼ੇ ਤੁਹਾਨੂੰ ਡਿਗਾ ਨਹੀਂ ਸਕਦੇ, ਡੁਲਾ ਨਹੀਂ ਸਕਦੇ, ਭਰਮਾ ਨਹੀਂ ਸਕਦੇ, ਭਟਕਾ ਨਹੀਂ ਸਕਦੇ। ਤੁਸੀਂ ਗੁਰੂ ਦੇ ਦੱਸੇ ਹੋਏ ਰਾਹ ਤੇ ਸਿੱਧੇ ਸਿੱਧੇ ਪਿਆਰ ਨਾਲ, ਸਤਿਕਾਰ ਨਾਲ, ਅਦਬ ਨਾਲ ਤੁਰੀ ਜਾਂਦੇ ਹੋ, ਉਹਨਾਂ ਬਚਨਾਂ ਨੂੰ ਮੰਨਦੇ ਹੋ। ਕਹਿੰਦੇ ਤਾਂ ਇਹ ਪਦ ਪ੍ਰਾਪਤ ਹੋਏਗਾ ਜੇ ਉਸ ਮਾਲਕ ਨੂੰ ਭਜੇਗਾ, ਚੇਤੇ ਕਰੇਗਾ। ਤੂੰ ਹਰ ਭਜ ਮਨ ਮੇਰੇ, ਹੇ ਮੇਰੇ ਮਨ,
ਤੂੰ ਹਰੀ ਨੂੰ, ਨਿਰੰਕਾਰ ਨੂੰ, ਪ੍ਰਭੂ ਨੂੰ ਚੇਤੇ ਕਰ, ਜਿਹਨੇ ਆ ਸਾਰਾ ਕੁਝ ਤੈਨੂੰ ਦਿੱਤਾ ਹੈ। ਜਿਉ, ਪਿੰਡ, ਮੁਖ, ਨੱਕ, ਦੀਆ, ਵਰਤਣ ਕੋ ਪਾਣੀ, ਅਨ ਖਾਣਾ, ਕੱਪੜ ਪਹਿਰਨ ਦੀਏ, ਰਸ ਅਨੁਭਵ ਗਾਣੀ, ਜਿਨ ਦੀਏ ਸੋ ਚਿਤ ਨਾ ਆਵੇ, ਪਸ਼ੂ ਹੋ ਕਰ ਜਾਣੀ। ਕਹਿੰਦੇ ਉਹ ਪਸ਼ੂਆਂ ਸਮਾਨ ਨੇ, ਜਿਹੜੇ ਉਸ ਮਾਲਕ ਦੀਆਂ ਬੇਅੰਤ ਦਾਤਾਂ ਨੂੰ ਹਰ ਪਲ ਹਰ ਛਿਨ ਮਾਣਦੇ ਨੇ, ਭੋਗਦੇ ਨੇ, ਪਰ ਉਸ ਦਾ ਸ਼ੁਕਰਾਨਾ ਨਹੀਂ, ਉਹਦੀ ਯਾਦ ਵਿੱਚ ਕਦੇ ਜੁੜ ਬੈਠਦੇ ਨਹੀਂ, ਉਹਨੂੰ ਚੇਤੇ ਨਹੀਂ ਕਰਦੇ, ਉਹਨੂੰ ਵਿਸਾਰੀ ਬੈਠੇ ਨੇ। ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮੈਂ ਰੋਗ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇੱਕ ਹੋਰ ਬਚਨ ਬਖਸ਼ਿਸ਼ ਕਰਦੇ ਨੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਔਰ ਤਨ ਦੇ ਰੋਗ ਵੀ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਮਾਲਕ ਨੂੰ ਵਿਸਾਰ ਕੇ ਆਪਣੀ ਮਨਮਤ ਦੇ ਕੁਮਤ ਦੇ ਪਿੱਛੇ ਲੱਗ ਕੇ ਰੰਗ ਲੜੀਆਂ ਮਾਉਂਦੇ ਆ, ਕੁਸੰਗ ਵਿੱਚ ਜ਼ਿਆਦਾ ਵਿਚਰਦੇ ਆ, ਤਾਂ ਤਨ ਵੀ ਔਰ ਮਨ ਵੀ ਦੋਨੋਂ ਰੋਗੀ ਹੋ ਜਾਂਦੇ ਨੇ, ਵਿਕਾਰੀ ਹੋ ਜਾਂਦੇ ਨੇ। ਸੋ ਜੇ ਆਣ ਜਾਣ ਦੇ ਗੇੜ ਤੋਂ ਮੁਕਤ ਹੋਣਾ ਤੇ ਸਦਾ ਲਈ ਜਿਹਦੀ ਅੰਸ਼ ਆ, ਜਿਹਦਾ ਰੂਪ ਆ, ਜਿਹਦੀ ਕਿਰਨ ਆ ਸੂਰਜ ਦੀ, ਉਹਦੇ ਚ ਸਮਾ ਕੇ ਉਹਦਾ ਰੂਪ ਹੋ ਕੇ ਇਸ ਬਾਰ-ਬਾਰ ਸੰਸਾਰ ਤੇ ਕਿਸੇ ਵੀ ਮਾਂ ਦੇ ਗਰਭ ਚ ਆਏ ਕੋਈ ਮਨੁੱਖ, ਚਾਹੇ ਕੀੜੇ ਮਕੌੜੇ ਦੀ ਆਏ, ਪਸ਼ੂ ਪੰਖੀ ਦੀ ਆਏ, ਜਾਨਵਰ ਦੀ ਆਏ ਜਾਂ ਮਨੁੱਖ ਦੀ ਆਏ, ਉਸ ਬਾਰ-ਬਾਰ ਗਰਭ ਵਿੱਚ ਨਾ ਆਣਾ ਪਵੇ, ਬਾਰ-ਬਾਰ ਜਨਮ ਜਨਮ ਦਾ ਮੇਲ ਮੁੱਕ ਜਾਵੇ, ਮਾਲਕ ਨਾਲ ਹਮੇਸ਼ਾ ਲਈ ਇੱਕ ਮਿਕਤਾ ਬਣ ਆਵੇ। ਕਹਿੰਦੇ ਫਿਰ ਉਸ ਮਾਲਕ ਨੂੰ ਚੇਤੇ ਕਰ, ਤਾਂ ਕਿ ਫਿਰ ਤੇਰਾ ਦੁਬਾਰਾ ਮੁੜ ਮੁੜ ਕੇ ਆ ਜਨਮ ਮਰਨ ਦਾ ਜਿਹੜਾ ਗੇੜਾ ਹੈ ਇਹ ਮੁੱਕ ਜਾਏਗਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਕਹਿੰਦੇ ਇਹ ਮੁੱਕ ਜਾਏਗਾ ਗੇੜਾ ਜੇ ਉਸ ਮਾਲਕ ਨੂੰ ਚੇਤੇ ਕਰੇਗਾ। ਹੋਰ ਰਸਤਿਆਂ ਨਾਲ ਜਿਹੜੇ ਮਨੁੱਖ ਸੋਚੀ ਬੈਠੇ ਨੇ ਵੀ ਤੀਰਥ ਕਰਨ ਨਾਲ ਮੁਕਤੀ ਹੋ ਜਾਏਗੀ, ਦਾਨ ਪੁੰਨ ਕਰਨ ਨਾਲ ਮੁਕਤੀ ਹੋ ਜਾਏਗੀ, ਕਿਸੇ ਖਾਸ ਇੱਕ ਅੱਖਰ ਦਾ ਰਟਨ ਕਰਨ ਨਾਲ, ਮੰਤਰ ਦਾ ਰਟਨ ਕਰਨ ਨਾਲ ਮੁਕਤੀ ਹੋ ਜਾਏਗੀ, ਕਿਸੇ ਖਾਸ ਦਿਨਾਂ ਵਿੱਚ ਕੋਈ ਖਾਸ ਆਚਾਰ ਵਿਹਾਰ ਦਾ ਪਾਲਨ ਕਰਨਾ, ਵੀ ਇਹਨਾਂ ਦਿਨਾਂ 'ਚ ਪਿਆਜ਼ ਨਹੀਂ ਖਾਣੇ, ਲਸਣ ਨਹੀਂ ਖਾਣਾ, ਮਾਸ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਆਟਾ ਨਹੀਂ ਖਾਣਾ। ਸੋ ਆਹਾਰ ਦੇ ਵੀ ਜਿਹੜੇ ਨੇਮ ਸੰਜਮ ਕਰਦੇ ਨੇ ਕਿਸੇ ਖਾਸ ਦਿਨਾਂ ਵਿੱਚ, ਉਹਨਾਂ ਨਾਲ ਵੀ ਇਹ ਕੋਈ ਪ੍ਰਾਪਤੀ ਉਸ ਮਾਲਕ ਨਾਲ ਸਾਂਝ ਨਹੀਂ ਬਣਨੀ। ਸਿਫਤੀ ਗੰਢ ਪਵੇ ਦਰਬਾਰ, ਸਾਹਿਬਾਂ ਨੇ ਜੁਗਤ ਬਖਸ਼ਿਸ਼ ਕੀਤੀ ਹੈ ਕਿ ਉਹਦੀ ਸਿਫਤ ਸਲਾਹ ਵਿੱਚ, ਸੰਗਤ ਵਿੱਚ ਜਾ ਕੇ ਜੁੜਿਆ ਉਸ ਮਾਲਕ ਨਾਲ ਪ੍ਰੀਤੀ ਬਣਦੀ ਹੈ, ਸਾਂਝ ਬਣਦੀ ਹੈ। ਔਰ ਜਿਉਂ-ਜਿਉਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹੋ, ਜਿੰਨਾ ਵੱਧ ਕਮਾਉਂਦੇ ਹੋ, ਉਹਨਾਂ ਉਹ ਜਿਹੜੀ ਪਿਆਰ ਵਾਲੀ ਗੰਢ ਹੈ ਉਹ ਪੀਢੀ ਹੁੰਦੀ ਜਾਂਦੀ ਹੈ। ਆਪਾਂ ਨੂੰ ਸਮਝਾਉਂਦੇ ਨਾ ਕਬੀਰ ਸਾਹਿਬ ਦੇ ਬਚਨ ਆਪਾਂ ਪੜ੍ਹਦੇ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਕਹਿੰਦੇ ਦਿਨ ਬ ਦਿਨ ਉਹ ਪਿਆਰ, ਉਹ ਪ੍ਰੀਤ ਜਿਹੜੀ ਹੈ ਉਹ ਦੁਗਣੀ ਚੌਗਣੀ ਹੁੰਦੀ ਜਾਏਗੀ ਜੇ ਸੰਗਤ ਕਰੇਗਾ ਸਾਧ ਦੀ, ਗੁਰੂ ਦੀ, ਪੂਰੇ ਗੁਰੂ ਦੇ ਸ਼ਬਦ ਦੀ। ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਕੁਸੰਗੀਆਂ ਨਾਲ ਜਿਹੜੀ ਕੁਸੰਗ ਕੀਤਾ ਹੋਇਆ, ਕਹਿੰਦੇ ਉਹ ਤਾਂ ਏਦਾਂ ਵੀ ਕਾਲੀ ਕੰਬੜੀ ਜਿਹੜੀ ਹੈ ਉਹਨੂੰ ਜਿੰਨਾ ਮਰਜ਼ੀ ਧੋਈ ਜਾ, ਉਹਨੇ ਚਿੱਟਾ ਨਹੀਂ ਹੋਣਾ। ਕਹਿੰਦੇ ਉਹਨਾਂ ਵਿੱਚ ਜਾਓਗੇ ਤਾਂ ਮਨ ਜਿਹੜਾ ਉਹ ਕਾਲਖ ਨਾਲ ਹੀ ਭਰੇਗਾ, ਤਨ ਮਨ ਜਿਹੜਾ ਸੁਭਾਅ ਵੀ, ਆਚਰਣ ਵੀ ਸਭ ਉਦਾਂ ਦਾ ਹੋਏਗਾ। ਸੋ ਅਸੀਂ ਜੋ ਸਾਹਿਬਾਂ ਨੇ ਸਾਨੂੰ ਬਚਨ ਬਖਸ਼ਿਸ਼ ਕੀਤੇ ਨੇ, ਉਹਨਾਂ ਤੇ ਭਰੋਸਾ ਕਰਨਾ। ਸਾਹਿਬਾਂ ਨੇ ਸਮਝਾਇਆ ਵੀ ਬਾਣੀ ਵਿੱਚ ਬਹੁਤ ਸਾਰੇ ਧਾਰਮਿਕ ਲਿਬਾਸ ਪਾ ਕੇ, ਧਾਰਮਿਕ ਡੇਰੇ, ਮੱਠ, ਆਸ਼ਰਮ, ਦੁਆਰ, ਠਾਠ ਬਣਾ ਕੇ ਬੈਠੇ ਹੋਏ ਨੇ। ਦਾਸ ਦੀ ਉਹਨਾਂ ਨੂੰ ਕੋਈ ਨਿੱਜੀ ਐਸੀ ਕੋਈ ਵਿਰੋਧਤਾ ਨਹੀਂ ਹੈ, ਲੇਕਿਨ ਜਿਹੜਾ ਵੀ ਗੁਰੂ ਦੇ ਸ਼ਬਦ ਤੋਂ ਤੋੜ ਕੇ ਆਪਣੇ ਪਿੱਛੇ ਲਾਉਂਦਾ ਹੈ ਉਹ ਕੁਰਾਹੇ ਹੀ ਪਾ ਰਿਹਾ। ਸਿਮਰਨ ਦੇ ਨਾਮ ਤੇ ਵੀ ਬਹੁਤ ਸਾਰਿਆਂ ਨੇ ਆਪੋ ਆਪਣੀਆਂ ਸਿਮਰਨ ਕਰਾਉਣ ਦੇ ਨਾਮ ਤੇ ਦੁਕਾਨਾਂ ਚਲਾਈਆਂ ਹੋਈਆਂ ਨੇ। ਮੈਂ ਦੁਕਾਨਾਂ ਹੀ ਆਖਾਂਗਾ ਉਹਨਾਂ ਨੂੰ। ਕਈ ਤਰ੍ਹਾਂ ਦੀਆਂ ਮਿੱਠੀਆਂ ਮਿੱਠੀਆਂ ਚਿਕਨੀਆਂ ਚੁੱਪੀਆਂ ਗੱਲਾਂ ਕਰਕੇ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਆਪਣੇ ਮਗਰ ਲਾਏ ਨੇ। ਲੋਕ ਵੀ ਜਿਹੜੇ ਬਾਣੀ ਤੋਂ ਟੁੱਟੇ ਨੇ ਲੱਗ ਜਾਂਦੇ ਨੇ। ਸਾਹਿਬਾਂ ਨੇ ਸਪਸ਼ਟ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੋਇਆ, ਆਪਾਂ ਬੜੀ ਵਾਰੀ ਸਾਂਝਾ ਕੀਤਾ ਗੁਰੂ ਪਾਤਸ਼ਾਹ ਦਾ ਵਚਨ, ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਕਿ ਤੂੰ ਧੁਰਕੀ ਬਾਣੀ ਨੂੰ ਸੁਣਨ ਲਈ, ਪੜਨ ਲਈ, ਸਮਝਣ ਲਈ, ਵਿਚਾਰਨ ਲਈ, ਕਮਾਉਣ ਲਈ ਆਇਆ ਧਰਤੀ ਤੇ। ਜੇ ਆਪਣਾ ਜੀਵਨ ਸਾਰਥਕ ਕਰਨਾ
ਤੇ ਜੇ ਮਾਲਕ ਦੀ ਸਿਫਤ ਸਲਾਹ ਨੂੰ ਛੱਡ ਕੇ ਹੋਰ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਪਦਾਰਥਾਂ ਦੇ ਲਾਲਚਾਂ ਵਿੱਚ ਭਟਕਿਆ ਰਹੇਗਾ, ਜੁੜਿਆ ਰਹੇਗਾ, ਫਿਰ ਤੇਰੀ ਹਾਲਤ ਹੋਈ ਹੋਏਗੀ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਸੋ ਸਾਹਿਬ ਤਾਂ ਪੈਰ ਪੈਰ ਤੇ ਸਾਨੂੰ ਸੁਚੇਤ ਕਰਦੇ ਨੇ, ਪੈਰ ਪੈਰ ਤੇ ਆਵਾਜ਼ ਦੇ ਕੇ ਸਮਝਾਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਸਾਹਿਬ ਤਾਂ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ। ਅਸੀਂ ਅਗਰ ਸੁਣੀ ਅਣਸੁਣੀ ਕਰ ਰਹੇ ਹਾਂ ਤਾਂ ਇਹ ਸਾਡੀ ਆਪਣੀ ਖਾਮੀ ਹੈ, ਆਪਣੀ ਕਮੀ ਹੈ, ਆਪਣੀ ਢੀਠਤਾ, ਆਪਣੀ ਨਲਾਇਕੀ ਹੈ, ਔਰ ਅਸੀਂ ਦੁਨੀਆ ਦੇ ਕੱਚਿਆਂ ਪਿੱਲਿਆਂ ਮਗਰ ਉਹਨਾਂ ਨੂੰ ਬਾਬਾ ਜੀ ਕਹਿ ਕੇ ਉਹਨਾਂ ਦੇ ਪਿੱਛੇ ਅੱਗੇ ਨੱਚਦੇ ਟੱਪਦੇ ਰਹਿੰਦੇ ਆ। ਤੇ ਜਿਹੜੇ ਸੱਚਮੁੱਚ ਸਦਾ ਰਹਿਣ ਵਾਲੇ ਬਾਬਾ ਜੀ ਨੇ, ਸੰਸਾਰ ਦੀ ਪਾਲਣਾ ਕਰਨ ਵਾਲੇ, ਉਤਪਤੀ ਕਰਨ ਵਾਲੇ, ਸੰਸਾਰ ਨੂੰ ਸਮੇਟਣ ਵਾਲੇ ਔਰ ਸਾਰੀਆਂ ਦਾਤਾਂ ਦੇਣ ਵਾਲੇ, ਉਹਨਾਂ ਨੂੰ ਆਪਾਂ ਵਿਸਾਰ ਦਿੰਦੇ ਹਾਂ। ਸਭ ਤੈ ਉਪਾਈ ਭਰਮ ਭੁਲਾਈ ਕੇ ਸਾਰੀ ਸ੍ਰਿਸ਼ਟੀ ਹੈ ਨਿਰੰਕਾਰ ਪਿਤਾ, ਇਹ ਉਤਪਤੀ ਵੀ ਤੁਸੀਂ ਕੀਤੀ ਹੈ ਔਰ ਮਾਇਆ ਤਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ ਕੁਰਬਾਨ ਕੀਤਾ, ਤਿਸੈ ਵਿਟੋਂ ਜਿਨਮੋ ਮਿੱਠਾ ਲਾਇਆ। ਔਰ ਇਹ ਮਾਇਆ ਦਾ ਮਿੱਠਾ ਮੋਹ ਵੀ, ਆ ਭਰਮ ਵੀ ਤੁਹਾਡਾ ਪੈਦਾ ਕੀਤਾ ਹੋਇਆ, ਜੀਵਾਂ ਨੂੰ ਇਹਨਾਂ ਚ ਉਲਝਾਇਆ ਵੀ ਤੁਸੀਂ ਆਪ ਹੀ ਹੋਇਆ। ਲੇਕਿਨ ਇਸ ਉਲਝਣ ਵਿੱਚੋਂ ਕੱਢਣ ਲਈ ਸਮਰੱਥ ਗੁਰੂ ਨੂੰ ਵੀ ਤੁਸੀਂ ਮਦਦਗਾਰ ਭੇਜਿਆ ਹੋਇਆ, ਔਰ ਸਮਰੱਥ ਗੁਰੂ ਤੁਹਾਡਾ ਹੀ ਰੂਪ ਹੈ, ਉਹ ਤੁਸੀਂ ਹੀ ਮਾਨੋ ਗੁਰੂ ਦੇ ਰੂਪ ਚ ਵਿਚਰਦੇ ਪਏ ਹੋ, ਔਰ ਸ਼ਬਦ ਦੇ ਰਾਹੀਂ ਜੀਵਾਂ ਨੂੰ ਇਸ ਭਰਮ ਚੋਂ, ਇਸ ਦੁਬਿਧਾ ਚੋਂ, ਇਸ ਜੰਜਾਲ ਚੋਂ ਕੱਢਣ ਦੀ ਸਮਰੱਥਾ ਵੀ ਤੁਸੀਂ ਬਖਸ਼ਿਸ਼ ਕਰਦੇ ਹੋ, ਮਾਰਗ ਦਰਸ਼ਨ ਵੀ ਤੁਸੀਂ ਬਖਸ਼ਿਸ਼ ਕਰਦੇ ਹੋ। ਜਿਸ ਤੂੰ ਦੇਮ ਹੈ ਤਿਸੈ ਬੁਝਾਈ, ਕਹਿੰਦੇ ਜਿਨ੍ਹਾਂ ਤੇ ਦਇਆ ਕਰਕੇ ਤੂੰ ਚਿਤ ਆਵੇਂ ਤੇਰੀ ਮਾਇਆ, ਤੁਸੀਂ ਰਹਿਮਤ ਕਰਦੇ ਹੋ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੂ ਪਾਏ। ਤੁਸੀਂ ਦਇਆ ਕਰਦੇ ਹੋ, ਤਰਸ ਕਰਦੇ ਹੋ, ਕਿਸੇ ਤੇ ਤਰੁੱਠਦੇ ਹੋ, ਕਿਸੇ ਤੇ ਦਿਆਲ ਹੁੰਦੇ ਹੋ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਉਹ ਕੰਨਾਂ ਦੇ ਰਾਹੀਂ ਅੰਦਰ ਹਿਰਦੇ ਵਿੱਚ, ਮਨ ਵਿੱਚ ਪ੍ਰਵੇਸ਼ ਵੀ ਬਾਣੀ ਆਪ ਕਰਦੇ ਹੋ, ਬਾਣੀ ਦੇ ਵਿਚਾਰ ਵੀ ਆਪ ਟਿਕਾਉਂਦੇ ਹੋ, ਬਾਣੀ ਨੂੰ, ਹੁਕਮਾਂ ਨੂੰ ਮੰਨਣ ਦੀ ਸਮਰੱਥਾ ਵੀ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲਗਾਵੇ, ਤੁਸੀਂ ਆਪ ਰਹਿਮਤ ਕਰਕੇ ਬਖਸ਼ਿਸ਼ ਕਰਦੇ ਹੋ। ਸੋ ਜਿਨ੍ਹਾਂ ਤੇ ਦਇਆ ਕਰਦੇ ਹੋ, ਕਿਰਪਾ ਕਰਦੇ ਹੋ, ਉਹਨਾਂ ਨੂੰ ਆ ਸੱਚ ਸਮਝਾ ਦਿੰਦੇ ਹੋ ਕਿ ਸੰਸਾਰ ਵਿੱਚ ਆ ਨਾਸ਼ਵਾਨ ਪਦਾਰਥ ਇਕੱਠੇ ਕਰਨਾ ਜੀਵਨ ਦਾ ਮਨੋਰਥ ਨਹੀਂ ਹੈ। ਨਾਮ ਰੂਪੀ ਧਨ ਇਕੱਤਰ ਕਰਨਾ ਜੀਵਨ ਦਾ ਮਨੋਰਥ ਹੈ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਈ, ਪੂਰੇ ਸਤਿਗੁਰ ਦਿਆ ਦਿਖਾਏ। ਸੋ ਜੋ ਸਾਹਿਬ ਨੇ ਬਖਸ਼ਿਸ਼ ਕੀਤੇ ਨੇ ਬਚਨ, ਆਪਾਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਮੰਨਣ ਦਾ ਯਤਨ ਕਰਨਾ। ਜਿਸ ਤੂੰ ਦੇਮ ਹੈ ਤਿਸੈ ਬੁਝਾਈ, ਬੁਝਾਈ ਪਿੰਨ ਸਮਝਾ ਦਿੰਦੇ ਹੋ ਚੰਗੀ ਤਰ੍ਹਾਂ, ਆਪ ਰਹਿਮਤ ਕਰਕੇ, ਦਇਆ ਕਰਕੇ। ਆ ਸਹਿਸਾ, ਆ ਦੁਬਿਧਾ, ਆ ਭਰਮ ਕਿ ਆ ਧਨ ਸੰਪਦਾ ਪਦਾਰਥ, ਆ ਧਰਮ ਕਰਮ ਦੇ ਕੰਮ ਮੇਰੇ ਕੰਮ ਨਹੀਂ ਹੋਣੇ, ਆ ਮਤ ਜਿਹੜੀ ਹੈ ਇਹ ਪੂਰੇ ਗੁਰੂ ਦੀ ਸ਼ਰਨ ਗਿਆ ਮਿਲਦੀ ਹੈ। ਸਤਿਗੁਰ ਮਿਲੈ ਤਾਂ ਸਹਿਸਾ ਜਾਈ, ਕਿਸ ਹੋਂ ਪੂਜੂ ਦੂਜਾ ਨਜ਼ਰ ਨਾ ਆਈ। ਕਹਿੰਦੇ ਤੈਨੂੰ ਛੱਡ ਕੇ ਮੈਂ ਸਾਰੇ ਸੰਸਾਰ ਵਿੱਚ ਨਿਗਾਹ ਮਾਰ ਕੇ ਵੇਖ ਪਰਖ ਕੇ ਦੇਖ ਲਿਆ, ਉਹ ਜਿਹੜੇ ਜਿਹੜੇ ਕੰਮਾਂ 'ਚ ਸੰਸਾਰ ਲਿਪਤ ਹੋਇਆ, ਦਹਾਕਿਆਂ ਤੋਂ ਲਿਪਤ ਹੋਇਆ, ਆਪਣਾ ਪੂਰਾ ਉਮਰ ਕਈ ਉਹਨਾਂ ਕੰਮਾਂ ਵਿੱਚ ਲਿਪਤ ਹੋਇਆ, ਕਰਮ ਕਾਂਡਾਂ 'ਚ ਗਾਲ ਦਿੱਤੇ ਨੇ, ਉਹ ਉੱਥੇ ਦੇ ਉੱਥੇ ਖੜੇ ਦੇਖੇ ਨੇ। ਆਪਾਂ ਭਗਤ ਰਾਮਾਨੰਦ ਜੀ ਦਾ ਸ਼ਬਦ ਵੀ ਪੜ੍ਹਿਆ, ਹੋਰ ਵੀ ਬਹੁਤ ਸਾਰੇ ਸ਼ਬਦਾਂ ਦੀ ਵਿਚਾਰ ਕੀਤੀ ਹੈ, ਜਿੱਥੇ ਉਹ ਸਮਝਾ ਦਿੰਦੇ ਨੇ ਕਿ ਉਸ ਮਾਲਕ ਤੋਂ ਬਿਨਾਂ ਔਰ ਪੂਰੇ ਗੁਰੂ ਤੋਂ ਬਿਨਾਂ ਆ ਸਾਰੀਆਂ ਜਿੰਨੀਆਂ ਵੀ ਧਰਮ ਦੇ ਖੇਤਰ ਵਿੱਚ ਕੀਤੇ ਜਾਣ ਵਾਲੇ ਕਰਮ ਕਾਂਡ ਨੇ, ਆ ਪਾਣੀ ਰੜਕਣ ਦੇ ਸਮਾਨ ਨੇ। ਸਮਝਾਉਂਦੇ ਨੇ ਨਾ ਭਗਤ ਰਾਮਾਨੰਦ ਜੀ ਕਿ ਮੈਂ ਤਾਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਸਦਕੇ ਜਾਣਾ, ਕੁਰਬਾਨ ਜਾਣਾ, ਜਿਨੇ ਦਇਆ ਕਰਕੇ, ਰਹਿਮ ਕਰਕੇ ਆ ਸਾਰੇ ਜਿਹੜੇ ਔਖੇ ਭਰਮ ਭੁਲੇਖੇ ਸੀ ਜਿਨ੍ਹਾਂ 'ਚ ਸੰਸਾਰ ਫਸਿਆ ਪਿਆ, ਮੇਰੇ ਕੱਟ ਦਿੱਤੇ।
ਆਪਾਂ ਕਈ ਵਾਰੀ ਉਹ ਬਚਨ ਸਾਂਝਾ ਕੀਤਾ, ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੂਰ। ਤੇ ਉਹ ਸ਼ਬਦ ਵਿੱਚ ਭਗਤ ਜੀ ਨੇ ਆ ਜ਼ਿਕਰ ਵੀ ਕੀਤਾ ਜੋ ਸੰਸਾਰ ਕਰ ਰਿਹਾ, ਜੈ ਜਾਈਏ ਤੈ ਜਲ ਪਖਾਨ ਤੂੰ ਪੂਰ ਰਹੇ ਹੋ ਹੈ ਸਭ ਸਮਾਨ। ਕਹਿੰਦੇ ਜਿੱਥੇ ਵੀ ਦੇਖਦਾ, ਜਿੱਥੇ ਲੋਕ ਧਰਮ ਦੇ ਨਾਂ ਤੇ ਭੱਜੇ ਜਾਂਦੇ ਨੇ ਵਹੀਰਾਂ ਘੱਤ ਕੇ ਕਿ ਉੱਥੇ ਚੁੱਭੀ ਲਾਣੀ ਹੈ, ਇਸ ਦਿਨ ਖਾਸ ਦਿਨ ਚੁੱਭੀ ਲਾਣੀ ਹੈ, ਉਹਦਾ ਬੜਾ ਮਹਾਤਮ ਹੈ, ਬੜਾ ਪੁੰਨ ਹੈ, ਬੜਾ ਫਲ ਮਿਲੇਗਾ। ਕਹਿੰਦੇ ਮੈਂ ਜਿੱਥੇ ਦੇਖਦਾ ਪੱਥਰ ਔਰ ਪਾਣੀ ਤੋਂ ਇਲਾਵਾ ਮੈਨੂੰ ਨਜ਼ਰ ਨਹੀਂ ਆਉਂਦਾ ਕੁਛ। ਤੇ ਤੁਸੀਂ ਤਾਂ ਸਾਰੀ ਜਗ੍ਹਾ ਪੂਰਨ ਰੂਪ ਦੇ ਵਿੱਚ ਰਮੇ ਹੋਏ ਹੋ, ਬਨਸਪਤੀ ਵਿੱਚ ਵੀ ਹੋ, ਜੀਵਾਂ ਵਿੱਚ ਵੀ ਹੋ, ਪਸ਼ੂ ਪੰਖੀਆਂ ਵਿੱਚ ਵੀ ਹੋ, ਇਹਨਾਂ ਪੰਜ ਤੱਤਾਂ ਵਿੱਚ ਵੀ ਜਿਨ੍ਹਾਂ ਨੂੰ ਤੁਸੀਂ ਬਣਾਇਆ ਉਹਨਾਂ 'ਚ ਵੀ ਆਪ ਮੌਜੂਦ ਹੋ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਤੁਸੀਂ ਸਾਰੀ ਜਗ੍ਹਾ ਮੌਜੂਦ ਹੋ। ਮੈਂ ਕਾਹਦੇ ਲਈ ਉੱਥੇ ਤੀਰਥਾਂ ਤੇ ਭਟਕਦਾ ਫਿਰਾਂ ਤੇ ਮੈਂ ਸੋਚਾਂ ਵੀ ਉਹ ਖਾਸ ਥਾਂ ਬੜੀ ਪਵਿੱਤਰ ਹੈ, ਉਹ ਖਾਸ ਦਰਿਆ ਨਦੀ ਸੰਗਮ ਤ੍ਰਿਵੇਣੀ ਦਾ ਬੜਾ ਪਵਿੱਤਰ ਹੈ, ਉਹ ਖਾਸ ਬੌਲੀ ਬੜੀ ਪਵਿੱਤਰ ਹੈ। ਸੋ ਆ ਭੁਲੇਖਾ ਸਤਿਗੁਰ ਮਿਲੈ ਤਾਂ ਸਹਿਸਾ ਜਾਈ। ਜਿਨ੍ਹਾਂ ਨਾਲ ਸਤਿਗੁਰ ਨਾਲ ਮਨ ਮਿਲ ਗਿਆ, ਜਿਨ੍ਹਾਂ ਨੇ ਮਨ ਤਨ ਮਨ ਗੁਰੂ ਦੇ ਅਰਪਣ ਕਰ ਦਿੱਤਾ, ਹਸਤੀ ਸਿਰ ਜੋ ਅੰਕਸ ਹੈ ਐਰਨ ਜੋ ਸਿਰ ਦੇ ਮਨ ਤਨ ਆਗੈ ਰਾਖ ਹੈ ਉਹ ਵੀ ਸੇਵ ਕਰੇ ਗੁਰਮੁਖ ਆਪ ਨਿਵਾਰੀਏ ਸਭ ਰਾਜ ਸਿਸ਼ਟ ਕਾਲੇ। ਜਿੱਥੇ ਆਪਾਂ ਹੋਰ ਬਚਨ ਪੜ੍ਹਦੇ ਹਾਂ ਭਗਤ ਬਾਣੀ ਵਿੱਚ ਕਿ ਮੈਂ ਕੀ ਤੈਨੂੰ ਅਰਪਣ ਕਰਾਂ ਕਿ ਤੁਸੀਂ ਪ੍ਰਸੰਨ ਹੋ ਜਾਓ, ਤੁਹਾਡੇ ਨਾਲ ਪ੍ਰੀਤ ਬਣ ਜਾਵੇ, ਉੱਥੇ ਨਿਰਣਾ ਬਖਸ਼ਿਸ਼ ਕੀਤਾ ਹੋਇਆ ਮਨ ਤਨ ਅਰਪੋ ਪੂਜ ਚਰਾਮੋ ਗੁਰ ਪ੍ਰਸਾਦ ਨਿਰੰਜਨ ਪਾਵੋ। ਕਿ ਜਦੋਂ ਤੱਕ ਆ ਮਨ ਤਨ ਗੁਰੂ ਦੇ ਅਰਪਣ ਨਹੀਂ ਕਰਾਂਗੇ, ਆਪਣੀ ਮਤ ਗੁਰੂ ਦੇ ਅਰਪਣ ਨਹੀਂ ਕਰਾਂਗੇ, ਗੁਰੂ ਦੀ ਮਤ ਧਾਰਨ ਨਹੀਂ ਕਰਾਂਗੇ, ਉਦੋਂ ਤੱਕ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਤੇ ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ ਤਾਂ ਸਤਿਗੁਰ ਮਿਲੇ ਤਾਂ ਸਹਿਸਾ ਜਾਈ ਗੁਰ ਪ੍ਰਸਾਦ ਨਿਰੰਜਨ ਪਾਵੋ। ਗੁਰੂ ਦੀ ਕਿਰਪਾ ਨਾਲ ਮਾਇਆ ਤੋਂ ਨਿਰਲੇਪ ਨਿਰੰਕਾਰ ਨਿਰੰਜਨ ਨੂੰ ਪਾ ਸਕਦੇ ਹੋ। ਐਸੇ ਬਚਨ ਸੈਂਕੜੇ ਦੀਦਾਰ ਆਪਾਂ ਕਰਦੇ ਹਾਂ ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ 'ਚ ਮੌਜੂਦ ਨੇ ਤੇ ਬਖਸ਼ਿਸ਼ ਕਰਦੇ ਨੇ ਕਿ ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਸਮਰੱਥ ਹਸਤੀ ਨਹੀਂ ਦਿਖਦੀ, ਜਿਹਨੂੰ ਇਹ ਮਾਇਆ ਦੇ ਲੁਭਾਵਣੇ ਬੜੇ ਹੀ ਕਸ਼ਿਸ਼ ਵਾਲੇ ਇਹਨਾਂ ਪ੍ਰਲੋਭਨਾਂ ਤੋਂ ਮੈਨੂੰ ਬਚਾ ਕੇ, ਇਹਨਾਂ ਜੰਜਾਲਾਂ ਤੋਂ ਬਚਾ ਕੇ ਉਹ ਜੀਵਨ ਮੁਕਤ ਨਿਰਵਾਣ ਪਦ ਤੇ ਪਹੁੰਚਾ ਸਕੇ। ਬਚਨ ਆਪਾਂ ਪੜ੍ਹਦੇ ਹਾਂ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ। ਕਹਿੰਦੇ ਸਾਰੀਆਂ ਦਿਸ਼ਾਵਾਂ ਵਿੱਚ ਸਭ ਪਾਸੇ ਨਿਗਾਹ ਮਾਰ ਕੇ ਦੇਖ ਲਿਆ, ਤੁਹਾਡੇ ਜਿੰਨੀ ਸਮਰੱਥ ਹਸਤੀ ਸੰਸਾਰ ਵਿੱਚ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ। ਕਿਸ ਹੋਂ ਪੂਜੋ, ਕਹਿੰਦੇ ਫਿਰ ਤੁਹਾਨੂੰ ਛੱਡ ਕੇ ਮੈਂ ਕਿਹਨੂੰ ਪੂਜਾਂ ਜਦੋਂ ਤੁਸੀਂ ਸਰਬ ਕਲਾ ਸਮਰੱਥ ਹੋ। ਜਨਮ ਤੁਹਾਡੇ ਹੱਥ ਵਿੱਚ ਹੈ, ਮੌਤ ਤੁਹਾਡੇ ਹੱਥ ਵਿੱਚ ਹੈ, ਦੁੱਖ ਸੁੱਖ ਤੁਹਾਡੇ ਹੱਥ ਵਿੱਚ ਹੈ, ਦੁੱਖਾਂ ਨੂੰ ਕੱਟਣਾ ਤੁਹਾਡੇ ਹੱਥ ਵਿੱਚ ਹੈ। ਤਾਂ ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਦੇ ਦਰ ਤੇ ਕਿਉਂ ਠੋਕਰਾਂ ਖਾਵਾਂ, ਕਿਉਂ ਭਟਕਾਂ? ਬਾਕੀ ਤਾਂ ਸਾਰੇ ਚਾਕਰ ਨੇ ਤੁਹਾਡੇ। ਕਿਸ ਹੋਂ ਪੂਜੂ ਦੂਜਾ ਨਜ਼ਰ ਨਾ ਆਈ, ਕਹਿੰਦੇ ਤੁਹਾਡੇ ਤੋਂ ਬਿਨਾਂ ਮੈਨੂੰ ਹੋਰ ਕੋਈ ਸਮਰੱਥ ਹਸਤੀ ਸੰਸਾਰ ਵਿੱਚ ਗੁਰੂ ਪਰਮੇਸ਼ਰ ਤੋਂ ਇਲਾਵਾ ਦਿਖਦੀ ਨਹੀਂ, ਜਿਹੜੀ ਜੀਵ ਨੂੰ ਇਸ ਮਾਇਆ ਦੇ ਚਿੱਕੜ ਚੋਂ, ਮਾਇਆ ਦੇ ਭਰਮ ਚੋਂ, ਮਾਇਆ ਦੇ ਜਾਲ ਚੋਂ, ਜੰਜਾਲਾਂ ਚੋਂ, ਫਾਹੀ ਚੋਂ ਕੱਢ ਕੇ ਉਸ ਨਿਰਵਾਣ ਪਦ ਮੁਕਤ ਅਵਸਥਾ ਤੇ ਪਹੁੰਚਾ ਸਕੇ, ਉੱਥੇ ਬਿਰਾਜਮਾਨ ਕਰ ਸਕੇ। ਇੱਕ ਹੈ ਪਾਥਰ ਕੀਜੈ ਭਾਓ, ਦੂਜੈ ਪਾਥਰ ਧਰੀਏ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਇੱਕ ਪੱਥਰ ਤਾਂ ਆਪਾਂ ਜਿਹੜਾ ਸ਼ਬਦ ਪੜ੍ਹਦੇ ਆ ਬਾਣੀ ਵਿੱਚ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਹਿੰਦੇ ਮਾਲਣ ਭੁੱਲੀ ਹੋਈ ਉਹ ਜੀਵੰਤ ਪੌਦਿਆਂ ਤੋਂ ਫੁੱਲਾਂ ਨੂੰ ਨਿਖੇੜ ਕੇ ਤੋੜ ਕੇ ਮਾਲਾ ਬਣਾ ਕੇ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਨਿਰਜੀਵ ਪੱਥਰ ਦੀ ਮੂਰਤੀ ਨੂੰ ਪਰਮੇਸ਼ਰ ਜਾਣ ਕੇ ਅਰਪਣ ਕਰਦੀ ਹੈ। ਕਹਿੰਦੇ ਮਾਲਣ ਭੁੱਲੀ ਹੋਈ ਹੈ, ਮਾਲਣ ਭੁੱਲੀ ਜਗ ਭੁਲਾਣਾ ਹਮ ਭੁਲਾਣੇ ਨਾ ਹੈ। ਕਹਿੰਦੇ ਜਗਤ ਵੀ ਭੁੱਲਿਆ, ਜਗਤ ਵੀ ਇਹੀ ਕਰਦਾ, ਉਹ ਥਾਲੀ ਲੈ ਕੇ ਉਹ ਸਮੱਗਰੀ ਰੱਖ ਕੇ ਧੂਪ ਦੀਪ ਚੰਦਨ ਇਤਿਆਦਿ ਔਰ ਪ੍ਰਸ਼ਾਦ ਉਹਨੂੰ ਠਾਕੁਰ ਜੀ ਨੂੰ ਭੋਗ ਲਗਾਉਣ ਲਈ, ਜਦੋਂ ਕਿ ਪਤਾ ਹੈ ਕਿ ਪੱਥਰ ਨੇ ਖਾਣਾ ਕੁਛ ਨਹੀਂ, ਲੇਕਿਨ ਕਰੀ ਜਾ ਰਹੇ ਨੇ। ਕਹਿੰਦੇ ਜਗ ਵੀ ਭੁੱਲਿਆ, ਮਾਲਣ ਵੀ ਭੁੱਲੀ, ਮੈਂ ਨਹੀਂ ਭੁੱਲਿਆ। ਮੈਨੂੰ ਗੁਰੂ ਦੀ ਕਿਰਪਾ ਨਾਲ ਸਤਿਗੁਰ ਮਿਲੇ ਤਾਂ ਸਹਿਸਾ ਜਾਈ। ਗੁਰੂ ਨੇ ਮੇਰਾ ਭਰਮ ਕੱਢ ਦਿੱਤਾ। ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਵਿਕਲ ਭਰਮ ਕਾਟੇ ਮੋਰ।
ਗੁਰੂ ਦੀ ਰਹਿਮਤ ਹੋਈ, ਗੁਰੂ ਦੀ ਬਖਸ਼ਿਸ਼ ਹੈ। ਗੁਰੂ ਨਾਲ ਪੂਰੇ ਗੁਰੂ ਨਾਲ ਮਿਲਾਪ ਹੋਣਾ ਕੋਈ ਮਾੜੀ ਮੋਟੀ ਉਸ ਨਿਰੰਕਾਰ ਦੀ ਬਖਸ਼ਿਸ਼ ਨਹੀਂ ਹੈ, ਬਹੁਤ ਵੱਡੀ ਬਖਸ਼ਿਸ਼ ਹੈ। ਜਿਸ ਜੀਵ ਨੂੰ ਸਮਰੱਥ ਗੁਰੂ ਦੀ ਸ਼ਰਨ ਵਿੱਚ ਭੇਜ ਦਿੰਦਾ ਹੈ, ਉਹਦੇ ਨਾਲ ਮਿਲਾ ਦਿੰਦਾ, ਉਹ ਅਕਾਲ ਪੁਰਖ ਦੀ ਬਹੁਤ ਭਾਰੀ ਅਮੋਲਕ ਬਖਸ਼ਿਸ਼ ਹੈ। ਔਰ ਜਿਹੜੇ ਗੁਰੂ ਨੂੰ ਤਨ ਮਨ ਧਨ ਅਰਪਣ ਕਰਕੇ ਉਹਦੇ ਬਚਨਾਂ ਨੂੰ ਕਮਾਉਂਦੇ, ਸੱਚਮੁੱਚ ਬਹੁਤ ਵੱਡੇ ਭਾਗਾਂ ਵਾਲੇ ਨੇ। ਸੋ ਇੱਕ ਪੱਥਰ ਤੇ ਤਾਂ ਕਹਿੰਦੇ ਤੁਸੀਂ ਉਹਦੀ ਮੂਰਤੀ ਘੜ ਕੇ ਕਿਸੇ ਵੀ ਦੇਵਤੇ ਨੂੰ ਮਨ ਚ ਚਿੰਤਨ ਕਰਕੇ ਦੇਵੀ ਬਣਾ ਲਈ, ਹਨੂਮਾਨ ਜੀ ਬਣਾ ਲਏ, ਗਣੇਸ਼ ਜੀ ਬਣਾ ਲਏ, ਰਾਮਚੰਦਰ ਜੀ ਬਣਾ ਲਏ, ਕ੍ਰਿਸ਼ਨ ਜੀ ਬਣਾ ਲਏ, ਜੋ ਵੀ ਬਣਾ ਲਏ, ਕਹਿੰਦੇ ਉਹਨੂੰ ਦੇਵਤਾ ਕਰਕੇ ਪੂਜੀ ਜਾਂਦੇ ਹੋ, ਉਹਦੇ ਕੋਲ ਮੰਗਾ ਮੰਨੀ ਜਾਂਦੇ ਹੋ, ਉਹਦੇ ਅੱਗੇ ਨੱਕ ਰਗੜੀ ਜਾਂਦੇ ਹੋ। ਤੇ ਦੂਸਰਾ ਉਸੇ ਹੀ ਪੱਥਰ ਦਾ ਉਹ ਛਿੱਲ ਜਿਹੜੀ ਹੈ ਸਟੈਪ ਤੇ ਲੱਗੀ ਹੋਈ ਹੈ, ਫੁੱਟ ਸਟੈਪ ਤੇ ਪੌੜੀਆਂ ਤੇ ਲੱਗੀ, ਉੱਤੇ ਪੈਰ ਧਰ ਕੇ ਆਉਂਦੇ। ਕਹਿੰਦੇ ਮੈਨੂੰ ਦੱਸੋ ਫਿਰ, ਜੇ ਅੰਦਰ ਜਿਹੜਾ ਪੱਥਰ ਜਿਹਨੂੰ ਤੁਸੀਂ ਡਿਫਰੈਂਟ ਸ਼ੇਪ ਦੇ ਦਿੱਤੀ, ਕੋਈ ਰੂਪ ਆਕਾਰ ਦੇ ਦਿੱਤਾ, ਉਹ ਦੇਵਤਾ ਬਣ ਗਿਆ, ਤੇ ਜਿਹੜਾ ਉੱਥੇ ਫਲੈਟ ਸਿਲ ਪਈ ਹੋਈ ਹੈ ਪੱਥਰ ਦੀ, ਜੇ ਅੰਦਰ ਵਾਲਾ ਦੇਵਤਾ ਤਾਂ ਮੇਰੀ ਨਜ਼ਰ 'ਚ ਉਹ ਵੀ ਦੇਵਤਾ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਉਹ ਵੀ ਦੇਵਾ। ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਮੈਂ ਤਾਂ ਪੂਰੇ ਗੁਰੂ ਨਾਲ ਮਿਲਣ ਕਰਕੇ, ਮਿਲਾਪ ਹੋਣ ਕਰਕੇ ਮੇਰਾ ਸਹਿਸਾ ਭਰਮ ਪੱਥਰ ਨੂੰ ਰੱਬ ਮੰਨਣ ਵਾਲਾ ਟੁੱਟ ਗਿਆ। ਮੈਨੂੰ ਤਾਂ ਹਮਰਾ ਠਾਕੁਰ ਸਦ ਬੋਲੰਤਾ ਸਰਬ ਜੀਆਂ ਕੋ ਉਹ ਦਾਨ ਦੇਤਾ। ਨਾ ਉਹ ਤਾਂ ਸਾਰੇ ਜੀਵਾਂ ਵਿੱਚ ਬੋਲ ਰਿਹਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਏਕਲ ਮਾਟੀ ਕੁੰਚਰ ਚੀਂਟੀ ਭਾਜਨ ਹੈ ਬੋ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਕਹਿੰਦੇ ਮੈਨੂੰ ਤਾਂ ਕੀੜੀ ਵਿੱਚ ਵੀ, ਹਾਥੀ ਵਿੱਚ ਵੀ, ਮਨੁੱਖਾਂ ਵਿੱਚ ਵੀ, ਪਸ਼ੂ ਪੰਖੀਆਂ ਵਿੱਚ ਵੀ ਉਹ ਮਾਲਕ ਵਿਚਰਦਾ ਦਿਸਦਾ ਹੈ। ਉਹਦੀ ਰਹਿਮਤ ਹੋ ਗਈ ਪੂਰੇ ਗੁਰੂ ਦੀ ਕਿਰਪਾ ਸਦਕਾ। ਉਹ ਸਾਰਿਆਂ ਵਿੱਚ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਮੈਨੂੰ ਦਿਖਦਾ ਨਹੀਂ ਦੂਜਾ ਹੋਰ ਤੋਂ ਉਸ ਤੋਂ ਬਿਨਾ। ਪੰਚਮ ਪਾਤਸ਼ਾਹ ਨੇ ਵੀ ਇੱਕ ਬਚਨ ਬਖਸ਼ਿਸ਼ ਕੀਤਾ, ਬਿਲਕੁਲ ਇਹ ਸ਼ਬਦ ਦੀ ਉਹ ਵਿਆਖਿਆ ਕਰਦਾ, ਬੜੀ ਖੂਬਸੂਰਤ। ਆਪਾਂ ਉਹ ਸਾਂਝਾ ਕਰਕੇ ਫਿਰ ਖਿਮਾ ਚਾਹਾਂਗਾ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਸਾਹਿਬਾਂ ਦਾ ਹੁਕਮ ਹੈ ਕਿ ਜਿਹੜੇ ਪੱਥਰ ਨੂੰ ਦੇਵਤਾ ਕਹਿੰਦੇ ਨੇ ਭਾਈ, ਉਹਨਾਂ ਦੀ ਉਹ ਦੇਵਤਾ ਨੂੰ ਮੰਨਣ ਮਨਾਉਣ ਵਾਲੀ ਜਿੰਨੀ ਵੀ ਕਿਰਿਆ ਹੈ, ਪੂਜਾ ਅਰਚਨਾ ਹੈ, ਉਹ ਸਾਰੀ ਸੇਵਾ ਕਹਿੰਦੇ ਵਿਅਰਥ ਜਾਣੀ, ਵੇਸਟ ਜਾਣੀ ਹੈ। ਗੁਰੂ ਪਾਤਸ਼ਾਹ ਦਾ ਹੁਕਮ ਹੈ, ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਕਹਿੰਦੇ ਜੋ ਵੀ ਜਿਸ ਢੰਗ ਨਾਲ ਵੀ ਉਹਦੀ ਪੂਜਾ ਅਰਚਨਾ ਸੇਵਾ ਕਰਨ, ਕਹਿੰਦੇ ਉਹ ਸਾਰੀ ਦੀ ਸਾਰੀ ਵੇਸਟ ਜਾਣੀ ਹੈ ਭਾਈ, ਕਿਸੇ ਅਰਥ ਨਹੀਂ ਆਉਣੀ। ਜੋ ਪਾਥਰ ਕੀ ਪਾਈ ਪਾਏ ਤਾਂ ਕਿ ਘਾਲ ਅਜਾਈ ਜਾਏ। ਕਹਿੰਦੇ ਜਿਹੜੇ ਪੱਥਰ ਦੇ ਪੈਰਾਂ ਤੇ ਉਸ ਮੂਰਤੀ ਦੇ ਨੱਕ ਰਗੜਦੇ ਨੇ, ਮੱਥੇ ਟੇਕਦੇ ਨੇ, ਆਰਾਧਨਾ ਕਰਦੇ ਨੇ, ਕਹਿੰਦੇ ਉਹ ਤਾਂ ਉਹਨਾਂ ਦੀ ਆ ਘਾਲ ਕਮਾਈ, ਆ ਕੀਤੀ ਹੋਈ ਸੇਵਾ, ਅਣਥਕ ਮਿਹਨਤ ਜਿਹੜੀ ਹੈ, ਆ ਕਹਿੰਦੀ ਹੈ ਸਾਰੀ ਉਹ ਵੀ ਅਜਾਈ ਜਾਏਗੀ, ਵੇਸਟ ਹੀ ਜਾਏਗੀ, ਕਿਸੇ ਕੰਮ ਨਹੀਂ ਆਉਣੀ, ਕਿਸੇ ਅਰਥ ਨਹੀਂ ਆਉਣੀ। ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਕਹਿੰਦੇ ਸਾਡਾ ਮਾਲਕ ਤਾਂ ਜਿਹੜਾ ਸਾਰੇ ਜੀਵਾਂ ਦਾ ਮਾਲਕ ਹੈ। ਏਕ ਪਿਤਾ ਏਕਸ ਕੇ ਹਮ ਮਾਰਕ ਤੂੰ ਮੇਰਾ ਗੁਰਹਾਈ। ਸਾਰੇ ਜੀਵਾਂ ਦਾ ਦਾਤਾ ਵੀ ਹੈ, ਸਾਰੇ ਜੀਆਂ ਦਾ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜਿਉ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਮਾਲਕ। ਸਭ ਦਾ ਸਾਂਝਾ ਹੈ। ਉਹ ਕੋਈ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ ਜਾਂ ਕਿਸੇ ਹੋਰ ਧਰਮ ਦੇ, ਯਹੂਦੀ ਧਰਮ ਦੇ ਮੰਨਣ ਵਾਲਿਆਂ ਦਾ ਕੋਈ ਵੱਖ-ਵੱਖ ਰੱਬ ਨਹੀਂ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਸਾਰਿਆਂ ਦਾ ਸਾਂਝਾ ਪਿਤਾ ਹੈ, ਔਰ ਸਾਰੇ ਜੀਵ ਉਹਦੀ ਉਤਪਤੀ ਨੇ, ਉਹਦੀ ਸੰਤਾਨ ਨੇ, ਉਹਦੀ ਰਚਨਾ ਬਣਾਈ। ਕਹਿੰਦੇ ਆ ਜਿਹੜੇ ਅਗਿਆਨ ਵਿੱਚ ਅੰਨੇ ਹੋਏ ਮਨੁੱਖ ਨੇ, ਜਿਹੜੇ ਪੱਥਰ ਨੂੰ ਦੇਵਤਾ ਕਰਕੇ ਪੂਜੀ ਜਾਂਦੇ ਨੇ, ਸਾਹਿਬਾਂ ਨੇ ਅੰਨੇ ਆਖਿਆ। ਦੇਖੋ ਸਾਹਿਬਾਂ ਦੇ ਬਚਨ ਨੇ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰਨਾਈ, ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੁਹੂ ਨਾ ਪਾਏ। ਇੱਕ ਹੋਰ ਬਚਨ, ਹਿੰਦੂ ਅੰਨਾ ਤੁਰਕੂ ਕਾਣਾ। ਇਹ ਬਚਨ ਕਿਸੇ ਨੂੰ ਹਿਊਮਿਲੇਟ ਕਰਨ ਲਈ ਨਹੀਂ ਹੈ, ਕਿਸੇ ਦੇ ਧਰਮ ਦਾ ਜਾਂ ਉਹਨਾਂ ਦੀ ਪੂਜਾ ਪੱਧਤੀ ਦਾ ਨਿਰਾਦਰ ਕਰਨ ਲਈ ਨਹੀਂ ਹੈ, ਕਿਸੇ ਦੀ ਨਿੰਦਾ ਕਰਨ ਲਈ ਨਹੀਂ ਹੈ, ਕਿਸੇ ਨੂੰ ਮਾੜਾ ਚੰਗਾ ਕਹਿਣ ਲਈ ਨਹੀਂ ਹੈ। ਇਹ ਤਾਂ ਸਾਹਿਬਾਂ ਨੇ ਉਪਕਾਰ ਕੀਤਾ ਸਾਡੇ ਜਗਤ ਤੇ, ਕਿ ਜਿਹੜੇ ਭਰਮ ਵਿੱਚ ਫਸੇ ਹੋਏ, ਅਗਿਆਨ ਵਿੱਚ ਫਸੇ ਹੋਏ ਮਨੁੱਖ
ਉਸ ਮਾਲਿਕ ਦੀ ਰਚਨਾ ਚੋਂ ਇੱਕ ਪੱਥਰ ਦਾ ਟੁਕੜਾ ਲੈ ਕੇ ਉਹਨੂੰ ਕੋਈ ਆਕਾਰ ਦੇ ਕੇ ਤੇ ਉਹਨੂੰ ਉਸ ਨਿਰੰਕਾਰ ਜਾਣ ਕੇ ਪੂਜ ਰਹੇ ਨੇ। ਇੱਕ ਤਾਂ ਉਹ ਨਿਰੰਕਾਰ ਦਾ ਨਿਰਾਦਰ ਕਰ ਰਹੇ ਨੇ ਕਿ ਨਿਰੰਕਾਰ ਦੀ ਬਣਾਈ ਹੋਈ ਇੱਕ ਛੋਟੀ ਜੀ ਚੀਜ਼ ਨੂੰ ਉਹ ਤਰਾਸ਼ ਕੇ, ਸ਼ੇਪ ਦੇ ਕੇ, ਹਾਰ ਸ਼ਿੰਗਾਰ ਕੇ, ਸਥਾਪਨ ਕਰਕੇ ਉਹਨੂੰ ਸਾਰੇ ਜਗਤ ਦਾ ਨਾਥ ਕਹਿ ਕੇ ਪੂਜਦੇ ਪਏ ਨੇ। ਇੱਕ ਤਾਂ ਉਸ ਮਾਲਕ ਦਾ ਨਿਰਾਦਰ ਹੈ, ਇੱਕ ਉਹ ਜੋ ਕੁਝ ਕਰਦੇ ਪਏ ਨੇ ਆਪਣਾ ਸਮਾਂ, ਆਪਣੀ એનર્ਜੀ, ਆਪਣੀ ਘਾਲ ਜਿਹੜੀ ਹੈ ਉਹ ਅਜਾਈ ਗਵਾ ਰਹੇ ਨੇ, ਵੇਸਟ ਕਰ ਰਹੇ ਨੇ। ਉਹ ਕਿਸੇ ਕੰਮ ਨਹੀਂ ਆਉਣੀ, ਮਿਲਣਾ ਕੁਛ ਨਹੀਂ, ਉਹਨੂੰ ਪ੍ਰਾਪਤ ਕੁਛ ਨਹੀਂ ਹੋਣਾ। ਅੱਗੇ ਸਮਝਾਇਆ ਸਾਹਿਬਾਂ ਨੇ, ਅੰਤਰ ਦਿਓ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਦ। ਕਹਿੰਦੇ ਉਹ ਅਗਿਆਨ ਵਿੱਚ ਅੰਨੇ ਜੀਵ ਜਿਹੜੇ ਨੇ ਉਹ ਇਹ ਜਾਣਦੇ ਨਹੀਂ ਕਿ ਉਹ ਤਾਂ ਅੰਦਰ ਬੈਠਾ ਹੈ, ਤੇਰੇ ਅੰਦਰ ਹੀ ਹੈ, ਔਰ ਉਹ ਭਰਮ ਦੇ ਵਿੱਚ ਫਸੇ ਹੋਏ, ਮੋਹੇ ਹੋਏ ਆ ਸਾਰਾ ਕੁਝ ਅਡੰਬਰ ਕਰਕੇ ਬੜੇ ਪ੍ਰਸੰਨ ਹੁੰਦੇ ਨੇ ਤੇ ਉਹ ਫੰਦ ਵਿੱਚ, ਮਾਇਆ ਦੇ ਫਾਹੀ ਵਿੱਚ ਉਹ ਫਸੇ ਹੋਏ ਨੇ। ਆਪਣੇ ਉੱਤੇ ਮਾਨੋ ਉਹ ਮਾਇਆ ਦੀ ਜਕੜ ਪਕੜ ਨੂੰ ਹੋਰ ਪੱਕਾ ਕਰਦੇ ਪਏ ਨੇ ਇਹੋ ਜਿਹੇ ਕੰਮ ਕਰਕੇ। ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਕਹਿੰਦੇ ਜਿਹੜਾ ਉਹ ਠਾਕੁਰ ਸਾਰੇ ਜਗਤ ਦਾ ਮਾਲਕ ਹੈ, ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸਤਿਸ ਗਾਮ ਹੋ ਰਹੇ। ਕਹਿੰਦੇ ਜਿਹੜੇ ਸਾਰੇ ਜਗਤ ਦਾ ਮਾਲਕ ਹੈ, ਸਾਰੇ ਜਗਤ ਦਾ ਪਿਤਾ ਹੈ, ਉਹ ਸਾਰੇ ਜੀਵਾਂ 'ਚ ਬੋਲਦਾ ਹੈ। ਕਹਿੰਦੇ ਉਹ ਤਾਂ ਸਦਾ ਬੋਲਦਾ ਹੈ ਕਿਉਂ ਜੀਵੰਤ ਹੈ, ਉਹ ਕਦੇ ਮਰਦਾ ਹੀ ਨਹੀਂ, ਜਨਮ ਮਰਨ ਤੋਂ ਮੁਕਤ ਹੈ, ਗੇਟ ਤੋਂ। ਕਹਿੰਦੇ ਆਹ ਪੱਥਰ ਨੇ ਕਦੇ ਬੋਲਣਾ ਕੋਈ ਨਹੀਂ। ਨਾ ਪਾਥਰ ਬੋਲਾ ਹੈ ਨਾ ਕਿਸੇ ਦੇ, ਨਾ ਇਹਨੇ ਕੁਝ ਦੇਣਾ ਨਾ ਲੈਣਾ ਤੁਹਾਡੇ ਕੋਲੋਂ। ਫੋਕਟ ਕਰਮ ਬਿਰਥਾ ਹੈ ਸੇਵ, ਨਿਹਫਲ ਹੈ ਸੇਵ। ਕਹਿੰਦੇ ਇਹ ਉਹ ਸਾਰੇ ਕਰਮ ਜਿਹੜੇ ਪੱਥਰ ਨੂੰ ਦੇਵਤਾ ਬਣਾ ਕੇ, ਪਰਮੇਸ਼ਰ ਬਣਾ ਕੇ ਪੂਜਣ ਵਾਲੀਆਂ ਕਿਰਿਆਵਾਂ ਨੇ, ਕਹਿੰਦੀਆਂ ਸਾਰੇ ਫੋਕਟ ਕੰਮ ਨੇ ਔਰ ਨਿਸ਼ਫਲ ਨੇ। ਨਿਸ਼ਫਲ ਜਿਹਦਾ ਕੋਈ ਫਲ ਨਹੀਂ ਮਿਲਦਾ, ਕੋਈ ਫਲ ਨਹੀਂ ਪ੍ਰਾਪਤ ਹੋਣਾ। ਅਗਲੀ ਪੰਕਤੀ 'ਚ ਹੋਰ ਸਮਝਾਇਆ, ਮਿਸਾਲ ਦਿੱਤੀ ਸਾਹਿਬਾਂ ਨੇ ਬੜੀ ਕਮਾਲ ਦੀ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ, ਜੇ ਮ੍ਰਿਤਕ ਕੋ ਵਿਸ਼ਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਕਟ ਜਾਏ। ਮਿਸਾਲ ਦਿੱਤੀ ਸਾਹਿਬਾਂ ਨੇ ਵੀ ਇੱਕ ਮੁਰਦੇ ਨੂੰ, ਡੈਡ ਬੋਡੀ ਨੂੰ ਜੇ ਚੰਦਨ ਨਾਲ ਲੇਪ ਕਰ ਦਿਓ ਤਾਂ ਉਹਦਾ ਕੀ ਸੰਵਰ ਜਾਣਾ, ਉਹਨੂੰ ਕੀ ਲਾਭ ਹੋਣਾ, ਜਾਂ ਤੁਹਾਨੂੰ ਕੀ ਲਾਭ ਹੋਣਾ ਉਸ ਤੋਂ। ਤੇ ਜੇ ਉਸ ਮ੍ਰਿਤਕ ਨੂੰ ਕੂੜੇ ਕਰਕਟ ਵਿੱਚ ਵੀ ਸੁੱਟ ਦੋਗੇ ਤਾਂ ਉਸ ਮ੍ਰਿਤਕ ਦਾ ਕੀ ਵਿਗੜ ਜਾਣਾ ਤੇ ਤੁਹਾਡਾ ਕੀ ਵਿਗੜ ਜਾਣਾ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ, ਉਹਨੇ ਕੁਛ ਨਹੀਂ ਦੇ ਦੇਣਾ ਤੁਹਾਨੂੰ। ਜੇ ਮ੍ਰਿਤਕ ਕੋ ਬਿਸ਼ਟਾ ਮਾਇਰ ਲਾਈ ਤਾਂ ਮ੍ਰਿਤਕ ਕਾ ਕਿਆ ਕੱਟ ਜਾਏ। ਕਹਿੰਦੇ ਉਹਦਾ ਕੁਛ ਘਟਣਾ ਨਹੀਂ। ਸੋ ਕਹਿਣ ਦਾ ਭਾਵ ਸਾਹਿਬਾਂ ਦਾ ਕਿ ਜਿਹਨੂੰ ਤੁਸੀਂ ਦੇਵਤਾ ਮੰਨ ਕੇ ਪੱਥਰ ਦੀ ਮੂਰਤੀ ਨੂੰ ਪੂਜ ਰਹੇ ਹੋ, ਮ੍ਰਿਤਕ ਸਮਾਨ ਹੈ। ਉਹਨੂੰ ਚੰਦਨ ਲਾਇਆ, ਟਿੱਕੇ ਲਾਏ, ਕੇਸਰ ਲਾਏ, ਭੋਗ ਲਾਏ, ਸਮੱਗਰੀ ਚੜਾਈ ਉੱਤੇ, ਆਸ-ਪਾਸ ਅਗਰਬੱਤੀਆਂ ਬਾਲੀਆਂ, ਕਿਸੇ ਕੰਮ ਨਹੀਂ, ਉਹਨਾਂ ਨੇ ਕੁਛ ਨਹੀਂ ਦੇਣਾ ਤੁਹਾਨੂੰ। ਕਹਿਤ ਕਬੀਰ ਹਉ ਕਰੋ ਪੁਕਾਰ, ਸਮਝ ਦੇਖ ਸਾਖਤ ਗਾਵਾਰ, ਦੂਜੈ ਭਾਏ ਬਹੁਤ ਕਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਕਹਿੰਦੇ ਮੈਂ ਪੁਕਾਰ ਕੇ ਕਹਿ ਰਿਹਾ ਭਾਈ ਤੁਹਾਨੂੰ, ਹੇ ਗਵਾਰ ਮਨੁੱਖੋ, ਤੁਸੀਂ ਆ ਜਿਹੜੇ ਕੰਮ ਕਰਦੇ ਹੋ ਆ ਸਾਰੀਆਂ ਵਿਅਰਥ ਦੀਆਂ ਕਿਰਿਆਵਾਂ ਨੇ। ਕਹਿੰਦੇ ਇਹੋ ਜਿਹੇ ਕੰਮਾਂ ਵਿੱਚ ਲਿਪਤ ਹੋ ਕੇ ਬੜੇ ਸਮੇਂ ਬੜੇ ਵੇਸਟ ਕੀਤੇ ਨੇ। ਤੇ ਕੇਵਲ ਜੇ ਕੋਈ ਸਾਰਥਕ ਕਿਰਿਆ ਹੈ, ਸਾਹਿਬਾਂ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤਾ, ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਸਰਬ ਧਰਮ ਮੈਂ ਸ਼੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਸਾਰੇ ਧਰਮ ਕਰਮ ਦੇ ਕੰਮਾਂ ਚੋਂ ਜੇ ਕੋਈ ਸ਼੍ਰੇਸ਼ਠ ਕੰਮ ਹੈ ਤਾਂ ਉਹ ਹੈ ਕਿ ਹਰੀ ਨੂੰ ਜਪਣਾ, ਉਸ ਮਾਲਕ ਨੂੰ ਚੇਤੇ ਕਰਨਾ, ਔਰ ਚੇਤੇ ਕਰ ਕਰਕੇ ਉਹਦੇ ਗੁਣਾਂ ਨੂੰ ਧਾਰਨ ਕਰੀ ਜਾਣਾ, ਉਹਦੇ ਵਰਗਾ ਹੋਣਾ। ਕਹਿੰਦੇ ਇਸ ਤੋਂ ਨਿਰਮਲ ਕੰਮ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ। ਰਾਮ ਭਗਤ ਹੈ ਸਦਾ ਸੁਖਾਲੇ। ਕਹਿੰਦੇ ਉਸ ਮਾਲਕ ਦੀ ਬੰਦਗੀ, ਉਸ ਮਾਲਕ ਦੀ ਆਰਾਧਨਾ ਹੀ ਜਿਹੜੀ ਸਾਡੀਆਂ ਔਗਣਾਂ ਦੀਆਂ ਫਾਹੀਆਂ ਕੱਟ ਕੇ ਸਾਨੂੰ ਮੁਕਤ ਕਰ ਦਿੰਦੀ ਹੈ। ਜਦੋਂ ਬੰਦਾ ਕਿਸੇ ਬੰਧਨਾਂ ਵਿੱਚ ਹੁੰਦਾ ਤਾਂ ਦੁਖੀ ਹੁੰਦਾ ਨਾ, ਕੈਦ ਵਿੱਚ ਹੋਵੇ, ਅਰੈਸਟ ਕੀਤਾ ਹੋਵੇ, ਕਿਸੇ ਨੂੰ ਫਾਹੀਆਂ ਪਾਈਆਂ ਹੋਣ ਜਾਂ ਉਹਨੂੰ ਟਰੈਪ ਕਰਕੇ ਕਿਤੇ ਰੱਖਿਆ ਹੋਵੇ ਬੰਨ ਕੇ, ਤਾਂ ਦੁਖੀ ਹੋਏਗਾ। ਤੇ ਜਦੋਂ ਉਹਦੀਆਂ ਫਾਹੀਆਂ ਕੱਟ ਦਿੰਦੀਆਂ ਤਾਂ ਉਹ ਆਜ਼ਾਦ ਹੈ, ਉਹ ਮੁਕਤ ਹੈ, ਉਹ ਖੁਸ਼ ਹੈ, ਖੇੜੇ ਵਿੱਚ ਹੈ। ਤੇ ਇਸ ਤਰ੍ਹਾਂ ਇਹ ਮਾਇਆ ਦੀਆਂ ਫਾਹੀਆਂ, ਮਾਇਆ ਦੀਆਂ ਜੰਜੀਰਾਂ, ਮਾਇਆ ਦੀ ਜਕੜ ਪਕੜ, ਇਹ ਕੇਵਲ ਗੁਰੂ ਦਾ ਸ਼ਬਦ, ਗੁਰੂ ਦੇ ਬਚਨ, ਗੁਰੂ ਦੀ ਸਿੱਖਿਆ ਤੇ ਉਸ ਮਾਲਕ ਦੀ ਬੰਦਗੀ, ਆਪਾਂ ਜਿਹੜੇ ਪਹਿਲਾਂ ਬਚਨ ਪੜ੍ਹੇ ਸੀ,
ਭਗਤ ਨਾਮਦੇਵ ਜੀ ਦਾ ਵੀ ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ ਮਪ ਮਪ ਕਾਟੋਂ ਜਮ ਕੀ ਫਾਸੀ। ਸੋ ਇਹ ਜਮਾਂ ਦੀ ਫਾਈਆਂ ਮਾਇਆ ਦੀਆਂ ਫਾਈਆਂ ਜਿਹੜੀਆਂ ਨੇ ਇਹ ਕੇਵਲ ਉਸ ਮਾਲਕ ਨੂੰ ਚੇਤੇ ਕਰਿਆ ਉਹਨੂੰ ਅਰਾਧਿਆਂ ਹੀ ਕੱਟੀਆਂ ਸਕਦੀਆਂ ਜਾ ਸਕਦੀਆਂ ਨੇ। ਆ ਜਪ ਤਪ ਨੇਮ ਸੁਚ ਸੰਜਮ ਪੱਥਰਾਂ ਦੀ ਪੂਜਾ ਪੱਥਰਾਂ ਦੀ ਆਰਾਧਨਾ ਦੇਵੀ ਦੇਵਤਿਆਂ ਦੀ ਮਨੋਕਲਪਿਤ ਤਸਵੀਰਾਂ ਦੀ ਆਰਾਧਨਾ ਅਸੀਂ ਉਹਨੂੰ ਇਸ ਰੂਪ ਨੂੰ ਵਿਗਾੜ ਕੇ ਅਸੀਂ ਵੀ ਫੋਟੋਆਂ ਦੇ ਪੂਜਣ ਤੇ ਆ ਗਏ ਹਾਂ। ਅਸੀਂ ਵੀ ਆਪਣੀਆਂ ਦੁਕਾਨਾਂ ਚੋਂ ਨਿੱਕੇ ਨਿੱਕੇ ਆਲੇ ਜੇ ਬਣਾ ਕੇ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਦਿੱਤੀ ਤੇ ਜਾਂ ਮੂਰਤੀਆਂ ਰੱਖਣ ਤੇ ਵੀ ਆ ਗਏ ਸੀ। ਤਾਂ ਇੰਨੇ ਵੀ ਕੁਰਾਹੇ ਪੈ ਗਏ ਸਿੱਖ ਜਿਹੜੇ ਨੇ। ਲਗਭਗ ਮੈਂ ਸਮਝਦਾ 70% ਸਿੱਖਾਂ ਦੀਆਂ ਦੁਕਾਨਾਂ ਤੇ ਉਹ ਸਵੇਰੇ ਪਹਿਲੀ ਕੰਮ ਇਹ ਹੁੰਦਾ ਹੋਣਾ ਦੁਕਾਨ ਖੋਲ ਕੇ ਪਹਿਲਾਂ ਤਾਂ ਦੁਕਾਨਾਂ ਦੇ ਉੱਥੇ ਪੈਰਾਂ ਤੇ ਪੌੜੀਆਂ ਤੇ ਮੱਥਾ ਟੇਕਣਾ ਹੁੰਦਾ ਉਹਨਾਂ ਨੂੰ ਵੀ ਆਹ ਮੇਰੀ ਪੌੜੀਆਂ ਆ ਦੁਕਾਨ ਜਿਹੜੀ ਆ ਰੁਜ਼ਗਾਰ ਹੈ। ਪੜ੍ਹਨਾ ਰੋਜ਼ ਇਹ ਹੈ ਸੋਦਰ ਵਿੱਚ ਸ਼ਾਮ ਨੂੰ ਕਿ ਸਿਰਸ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ। ਪੜ੍ਹਨਾ ਬਾਣੀ ਵਿੱਚ ਇਹ ਹੈ ਰੋਜ਼ ਨਿਤਨੇਮ ਚ ਪੜ੍ਹਨਾ ਸੁਣਨਾ ਹੈ ਪੜ੍ਹਨਾ। ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨਾ ਕਿਸ ਕੀ ਤਰਿਆ ਸਿਰਸ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ। ਪੜ੍ਹਨਾ ਸੁਣਨਾ ਇਹ ਵੀ ਹੈ ਨਾ ਕਰ ਚਿੰਤਾ ਹੈ ਕਰਤੇ। ਪਰ ਉਹ ਸਮਝਣਾ ਇਹ ਹੈ ਕਿ ਆ ਜਿਹੜਾ ਪੱਥਰ ਦਾ ਮੇਰੀ ਦੁਕਾਨ ਹੈ ਇੱਟਾਂ ਦੀ ਬਣੀ ਹੋਈ ਇਹਦੀਆਂ ਪੌੜੀਆਂ ਤੇ ਉਹ ਬੜੀ ਪਵਿੱਤਰ ਹੈ ਮੱਥਾ ਟੇਕ ਕੇ ਜਾਣਾ ਮੈਨੂੰ ਇਹਦਾ ਸਤਿਕਾਰ ਕਰਨਾ ਬਣਦਾ ਕਿਉਂਕਿ ਮੈਨੂੰ ਰਿਜ਼ਕ ਇਹ ਦੇ ਰਹੀ ਦੁਕਾਨ ਦੇ ਰਹੀ ਮਾਲਕ ਨਹੀਂ ਦੇ ਰਿਹਾ। ਸੋ ਆਹ ਭਰਮ ਭੁਲੇਖੇ ਸਾਡੇ ਸਿੱਖਾਂ ਵਿੱਚ ਵੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਆਉਣ ਵਾਲਿਆਂ ਨੂੰ ਵੀ ਬਹੁਤ ਪਏ ਨੇ। ਘਰਾਂ ਵਿੱਚ ਵੀ ਲਗਭਗ ਮੈਂ ਸਮਝਦਾ ਵੀ 70-75 ਸਿੱਖਾਂ ਦੇ ਘਰ 'ਚ ਤਸਵੀਰਾਂ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਆ ਉਹਨਾਂ ਅੱਗੇ ਸਿਰ ਵੀ ਨਿਵਾਉਂਦੇ ਆ ਬਹੁਤ ਥਾਵਾਂ ਤੇ ਧੂਪ ਬੱਤੀਆਂ ਵੀ ਕਰਦੇ ਆ। ਸੋ ਆ ਜੇ ਸਾਡੇ ਹਿੰਦੂ ਵੀਰ ਜੇ ਭਰਮ ਵਿੱਚ ਨੇ ਅਗਿਆਨ ਵਿੱਚ ਉਹ ਪੱਥਰਾਂ ਨੂੰ ਦੇਵੀ ਦੇਵਤਾ ਮੰਨ ਕੇ ਪੂਜਦੇ ਪਏ ਨੇ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਕਾ ਸਿੱਖ ਕਹਿਲਾਉਣ ਵਾਲੇ ਵੀ ਕਿਸੇ ਵੀ ਰੂਪ ਦੇ ਵਿੱਚ ਚਾਹੇ ਉਹ ਗੱਡੀ 'ਚ ਫੋਟੋ ਲਾਈ ਉਹਦੇ ਅੱਗੇ ਉੱਤੇ ਹਾਰ ਚੜਾਇਆ ਜਾਂ ਸਿਰ ਨਿਵਾਰੇ ਹੋ ਜਾਂ ਘਰ ਵਿੱਚ ਲਾਈ ਹੈ ਤਾਂ ਸਿਰ ਨਿਵਾਰੇ ਹੋ ਜਾਂ ਦੁਕਾਨ ਚਲਾਈ ਉਹਦੇ ਅੱਗੇ ਸਿਰ ਨਿਵਾ ਕੇ ਉਹਨੂੰ ਗੁਰੂ ਮੰਨ ਕੇ ਪੂਜ ਰਹੇ ਹੋ ਤਾਂ ਭਾਈ ਤੁਸੀਂ ਵੀ ਬਿਲਕੁਲ ਉਹੀ ਕੰਮ ਕਰ ਰਹੇ ਹੋ ਜੋ ਸਾਹਿਬਾਂ ਨੇ ਜੋ ਭਗਤ ਜੀ ਨੇ ਦੱਸਿਆ ਔਰ ਗੁਰੂ ਪਾਤਸ਼ਾਹ ਨੇ ਦੱਸਿਆ ਜੋ ਪਾਥਰ ਕੀ ਕਰਤੇ ਸੇਵ ਕਹਤੇ ਸੇਵ जो पाथर को कहते देव ताकि बिरथा होवे सेव जो पाथर की पाए ताकि काल अजाई जाए। सो बाणी ਦੇ ਵਿਚਾਰ ਕਰਨ ਦਾ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਨਾਲ ਰਲ ਮਿਲ ਕੇ ਗੁਰੂ ਸ਼ਬਦ ਦੀ ਵਿਚਾਰਾਂ ਨਾਲ ਸਾਂਝ ਕਰਨ ਦਾ ਇਹਨਾਂ ਕਲਾਸਾਂ ਦੇ ਰਾਹੀਂ ਮਨੋਰਥ ਹੀ ਹੈ ਕਿ ਸਾਡੇ ਵੀ ਭਰਮ ਸਾਡੀਆਂ ਵੀ ਦੁਵਿਧਾਵਾਂ ਸਾਡੇ ਵੀ ਸੰਸੇ ਭੁਲੇਖੇ ਦੂਰ ਹੋਣ ਔਰ ਅਸੀਂ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਨਤਮਸਤਕ ਹੋ ਕੇ ਭੈ ਭਾਵਨੀ ਨਾਲ ਮੰਨਣ ਦਾ ਨੇਕ ਨੀਤੀ ਨਾਲ ਯਤਨ ਕਰੀਏ ਤੇ ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਏ ਆਪਣਾ ਜੀਵਨ ਸੰਵਾਰ ਕੇ ਗੁਣਾ ਕਰਕੇ ਗੁਰੂ ਪਰਮੇਸ਼ਰ ਦੇ ਵੱਧ ਤੋਂ ਵੱਧ ਨੇੜੇ ਹੋ ਸਕੇ ਉਹਨਾਂ ਨਾਲ ਪ੍ਰੀਤ ਪੱਕੀ ਪੀੜੀ ਕਰ ਸਕੀਏ। ਲੇਕਿਨ ਮੇਰੇ ਵਰਗੇ ਕਹਿ ਕੁਛ ਰਹੇ ਨੇ ਕਰ ਕੁਛ ਰਹੇ ਨੇ। ਸੋ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ ਕਿ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਮੰਨਣ ਦੀ ਸਾਹਿਬ ਰਹਿਮਤ ਕਰਕੇ ਸਾਨੂੰ ਸੁਮਤ ਦੇਣ ਤੇ ਅਸੀਂ ਪਿਆਰ ਨਾਲ ਅਦਬ ਨਾਲ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਕਮਾ ਕੇ ਆਪਣਾ ਜੀਵਨ ਸਕਾਰਤਾ ਕਰ ਸਕੀਏ। ਇਹ ਸੰਖੇਪ ਦੀਆਂ ਵਿਚਾਰਾਂ ਅਲਪਮਤ ਨਾਲ ਆਪ ਜੀ ਨਾਲ ਸਾਂਝੀ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਵਗੀਆਂ ਹੋਈਆਂ ਹੋਣਗੀਆਂ ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ ਤਰਸ ਕਰਕੇ ਅਸੀਸ ਬਖਸ਼ਿਸ਼ ਕਰਨੀ ਜਿਨ੍ਹਾਂ ਬਚਨਾਂ ਦੀ ਸਾਹਿਬਾਂ ਨੇ ਆਪ ਸੰਗਤਾਂ ਨਾਲ ਸਾਂਝ ਕਰਾਈ ਅਰਦਾਸ ਦਾ ਉਸ ਤੇ ਅਮਲ ਹੋਵੇ। ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਕੇ ਪੰਥ ਦੀ ਸੇਵਾ ਕਰਦੇ ਰਹਿਣ ਦਾ ਸਾਖ ਸੁਭਾਗ ਸਮਾਂ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦੇ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।